देश दुनिया च वसते पंजाबियों जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार केसी सिंह। भारत की वख-वख देशों च प्रतिनिधित्व कर चुके बतौर सफीर सरदार केसी सिंह सियासी और समाजिक मसलियां दे उत्ते और विदेश नाल संबंधित मसलियां दे उत्ते डाढी पकड़ रखते हैं। सरदार साहब जी आया। बहुत मेहरबानी। सरदार साहब मैनू ये दस्यो कि किसानी अंदोलन नूं लैके केंद्र और किसान आगूआं दे विचाले एक बेविश्वासी का वातावरण है और कोई ना कोई अफवाह सिर चुक लैंदी है। थोड़ी देर पहला एक बॉर्डर के उत्ते बैरीकेड्स की गिनती वधाउण, फोर्स की गिनती वधाउण की गल आ रही सी। उधर किसान जथेबंदियां अपने वर्करस नूं ये समझाउण च लगियां ने कि यह अंदोलन उस ही तरह और अगे नालों तीव्र वेग च अगे वधेगा, लेकिन सरकार वाले पासों खामोशी है और कई तरह के अटपटे सवाल सामने आ रहे हैं। इस मौके ते तुहाडा नजरिया कि हुण ये अंदोलन किस पासे जावेगा, हुण हालात किहो जिहे आ, किसान जथेबंदियां नूं अगे किवें वधना चाहीदा, केंद्र दा नजरिया किहो जिहा होना चाहीदा, ये हुण स्थिति नूं जरा मैनूं समझाइओ मुढ़ले दौर च। देखो, शुरू तो ही तुहानूं याद होना अपनी पिछली बार जद गलबात हुई है, मैं दो चीज़ां उदों कहीआं सी कि ये जिहड़ी ट्रैक्टर रैली कह रहे हैं, इन्हां नूं मन जाना चाहिदा है कि क्योंकि सरकार, केंद्र सरकार पूरे रिंग रोड ते नहीं आण देगी। उन्हां नूं डर होएगा दिल्ली च घेरा पा रहे हैं, वापस नहीं जाणगे, तां जे कोई छोटा उत्थों दौरा करके वापस आ जांदे, मन जाना चाहिदा। उसे गल ते फिर गलबात हुई, इन्हां ने रैली दा रूट बना लिया, रिंग रोड ताईं नहीं जाण दिता, उदों छोटा बना के दिल्ली चों घेरा पा के 3 रूट इन्हां ने बनाए। हुण देखो, सफलता किसान ਜਿਹੜੇ ਸੰਘਰਸ਼ ਕਰ ਰਹੇ ਆ ਉਹ ਇਸ ਚੀਜ਼ ਤੇ ਨਿਰਭਰ ਸੀ ਕਿ ਇਹ ਲੜਾਈ ਸਿੱਖਾਂ ਦੀ ਨਹੀਂ ਹੈ, ਇਹ ਲੜਾਈ ਪੰਜਾਬ ਦੀ ਨਹੀਂ ਹੈ, ਇਹ ਲੜਾਈ ਸਾਰੇ ਕਿਸਾਨਾਂ ਦੀ ਹੈ, ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਹੈ। ਸਾਡੀ ਸ਼ਕਤੀ ਇਸ ਚੀਜ਼ 'ਚ ਬਣਦੀ ਸੀ ਜੇ ਅਸੀਂ ਇਹਨੂੰ, ਇਸ ਲੜਾਈ ਨੂੰ ਕਿਸਾਨਾਂ ਦੀ ਲੜਾਈ ਤਾਂ ਹੀ ਰੱਖੀਏ। ਕਿਉਂਕਿ ਕੱਲ ਜੇ ਤੁਸੀਂ ਦੇਖੋ, ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਵੀ ਹਮਾਇਤ ਕੀਤੀ ਹੈ। ਸ਼ਰਦ ਪਵਾਰ ਜਿਹੜੇ ਸ਼ੁਰੂ 'ਚ ਕਹਿ ਰਹੇ ਸੀਗੇ ਕਿ ਕਾਨੂੰਨ ਠੀਕ ਨੇ, ਉਹ ਵੀ ਬਦਲ ਕੇ ਉਲਟ ਕੇ ਇਸ ਗੱਲ ਤੇ ਆ ਗਏ ਕਿ ਨਹੀਂ, ਇਹ ਧੱਕਾ ਕੀਤਾ ਜਾ ਰਿਹਾ। ਹੁਣ ਕੋਸ਼ਿਸ਼, ਸਾਜ਼ਿਸ਼ ਇਹ ਸੀ ਕਿ ਜਦ ਇਹ ਰੈਲੀ ਹੋਈ, ਇਸ ਨੂੰ ਬਦਲ ਦਿੱਤਾ ਜਾਵੇ ਔਰ ਇਹਦੇ 'ਚ ਬੜੀਆਂ ਸ਼ਕਤੀਆਂ ਨੇ ਜਿਹੜੀਆਂ ਇਹ ਚਾਹੁੰਦੀਆਂ ਸੀ ਕਿ ਇਹਨੂੰ ਇੱਕ ਧਾਰਮਿਕ, ਇੱਕ ਸਿੱਖ ਅੰਦੋਲਨ ਬਣਾ ਦਿੱਤਾ ਜਾਵੇ, ਕਿਉਂਕਿ ਫਿਰ ਤੁਸੀਂ ਹਰਿਆਣੇ ਦੇ ਕਿਸਾਨ, ਯੂਪੀ ਦੇ ਕਿਸਾਨ, ਹਿੰਦੁਸਤਾਨ ਦੇ ਕਿਸਾਨ, ਪੰਜਾਬ ਦੇ ਕਿਸਾਨਾਂ ਤੋਂ ਤੋੜ ਸਕਦੇ ਹੋ। ਔਰ ਅਫਸੋਸ ਦੀ ਗੱਲ ਇਹ ਹੈ ਕਿ ਕੁਝ ਬੰਦਿਆਂ ਨੇ ਜਿਹੜੀ ਸਾਜ਼ਿਸ਼ ਕੱਲ ਲਾਲ ਕਿਲੇ ਤੇ ਕੀਤੀ, ਪਰਸੋਂ, ਕਿ ਉੱਥੇ ਨਿਸ਼ਾਨ ਸਾਹਿਬ ਚੜਾਤਾ। ਨੋ, ਲੜਾਈ ਨਿਸ਼ਾਨ ਸਾਹਿਬ ਦੀ ਉੱਥੇ ਚੜਾਉਣ ਦੀ ਨਹੀਂ ਸੀ। ਲੜਾਈ ਇਹ ਨਹੀਂ ਸੀ ਕਿ ਅਸੀਂ ਦਿੱਲੀ ਫਤਿਹ ਕਰਨਾ ਹੈ। ਲੜਾਈ ਤਾਂ ਚੱਲੀ ਸੀ ਅਸੀਂ ਕਿਸਾਨਾਂ ਦਾ ਕਿਵੇਂ ਹੱਕ ਤੈਅ ਕਰਨਾ ਹੈ ਔਰ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਤੋਂ ਬਚਾਉਣਾ ਹੈ। ਹੁਣ ਉਸ ਤੋਂ ਕਿਉਂਕਿ ਉਹ ਪਲਟ ਗਈ ਪਿਕਚਰਾਂ ਦੇ ਵਿੱਚੋਂ ਔਰ ਦਿੱਲੀ ਪੁਲਿਸ ਨੇ ਪਹਿਲ ਨਹੀਂ ਕੀਤੀ, ਗੋਲੀ ਨਹੀਂ ਚਲਾਈ ਔਰ ਉਹਨਾਂ ਨੇ ਕਿਉਂ ਰਸਤਾ ਖੁੱਲਾ ਛੱਡ ਦਿੱਤਾ ਲਾਲ ਕਿਲੇ ਦਾ, ਲਾਲ ਕਿਲੇ ਦੇ ਗੇਟ ਕਿਉਂ ਨਹੀਂ ਬੰਦ ਹੋਏ, ਇਹ ਬੰਦੇ ਉੱਤੇ ਕਿਵੇਂ ਚੜ ਗਏ। ਔਰ ਉਹ ਬੰਦਿਆਂ ਤੇ ਵੀ ਹੁਣ ਇਹਨਾਂ ਨੇ ਸ਼ੁਰੂ 'ਚ FIR ਨਹੀਂ ਲਗਾਈ, ਪਹਿਲਾਂ ਤੇ ਕਿਸਾਨ ਦੇ ਨੇਤਾ ਤੇ ਲਗਾਤੀ, ਹੁਣ ਉਹ 1-2 ਬੰਦਿਆਂ ਤੇ ਲੱਗ ਰਹੇ ਨੇ ਜਿਨ੍ਹਾਂ ਨੇ ਆ ਕੇ ਪਹਿਲੇ ਦਿਨ 25 ਰਾਤ ਨੂੰ ਸਟੇਜ ਫੜ ਲਈ, ਆਪਣੀ ਕੈਪਚਰ ਕਰ ਲਈ। ਹੁਣ ਦਿੱਲੀ ਦੇ ਕਮਿਸ਼ਨਰ ਪੁਲਿਸ ਵੀ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਖਬਰ ਸੀ ਕਿ ਐਸੇ ਬੰਦਿਆਂ ਨੇ ਸਟੇਜ ਪਕੜ ਲਈ ਹੈ ਜਿਹੜੇ ਇਹ ਕਹਿ ਰਹੇ ਨੇ ਅਸੀਂ ਰਿੰਗ ਰੋਡ ਤਾਈਂ ਜਾਵਾਂਗੇ ਔਰ ਅੰਦਰ ਤਾਈਂ ਜਾਵਾਂਗੇ। ਜੇ ਦਿੱਲੀ ਪੁਲਿਸ ਨੂੰ ਪਹਿਲੀ ਰਾਤ ਪਤਾ ਸੀ ਔਰ ਕਿਸਾਨਾਂ ਦੇ ਨੇਤਾਵਾਂ ਨੂੰ ਪਹਿਲੀ ਰਾਤ ਪਤਾ ਸੀ ਤਾਂ ਇਹ ਗੱਲ ਉਦੋਂ ਸਪਸ਼ਟ ਕਰ ਦੇਣੀ ਚਾਹੀਦੀ ਸੀ। ਦਿੱਲੀ ਪੁਲਿਸ ਵੀ ਉਹਨਾਂ ਨੂੰ ਕਹਿੰਦੀ ਕਿ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ, ਇਹ ਤੁਸੀਂ ਨਾ ਕਰੋ, ਨਹੀਂ ਅਸੀਂ ਆਪਣੀ ਜਿਹੜੀ ਤੁਹਾਨੂੰ ਪਰਮਿਸ਼ਨ ਦਿੱਤੀ ਹੋਈ ਹੈ ਉਹ ਵਾਪਸ ਲਵਾਂਗੇ। ਜੇ ਦਿੱਲੀ ਪੁਲਿਸ ਨੂੰ ਪਤਾ ਸੀ ਕਿ ਇਹ ਕਾਨੂੰਨ ਨੂੰ ਤੋੜਨਗੇ ਜਾਂ ਉਸ ਪਰਮਿਸ਼ਨ ਨੂੰ ਤੋੜਨਗੇ ਜਿਹੜੀ ਸੀ ਦਿੱਤੀ ਹੈ, ਤਾਂ ਉਹਨਾਂ ਨੇ ਰਾਤ ਨੂੰ ਕਾਰਵਾਈ ਕਿਉਂ ਨਾ ਕੀਤੀ। ਤਾਂ ਇਸ ਗੱਲ ਕਰਕੇ ਦਿਮਾਗ 'ਚ ਇਹ ਜਾਂਦਾ ਹੈ ਕਿ ਕੁਝ ਸ਼ਕਤੀਆਂ ਐਸੀਆਂ ਸੀ ਜਿਹੜੀਆਂ ਦੇਖ ਰਹੀਆਂ ਸੀ ਕਿ ਇਹਨਾਂ ਨੂੰ ਗਲਤੀ ਕਰਨ ਦਿਓ, ਭਾਵੇਂ ਥੋੜੇ ਜਿਹੇ ਬੰਦੇ ਗਲਤੀ ਕਰਨ, ਉਹਦੇ ਜਿਹੜੇ ਛਿੱਟੇ ਆ ਉਹ ਸਾਰੇ ਅੰਦੋਲਨ ਤੇ ਪੈਣਗੇ। ਹੁਣ ਗੱਲ ਉਹ ਬਣੀ ਕਿ ਇਹਨਾਂ ਨੇ ਸ਼ਾਮ ਨੂੰ 6 ਵਜੇ ਜਾ ਕੇ ਜਿਹੜੇ ਬਾਕੀ ਦੇ ਬੰਦੇ ਨੇ, ਜਿਹੜੇ ਨੇਤਾ, ਮੇਨ ਅੰਦੋਲਨ ਦੇ ਨੇਤਾ ਨੇ, ਉਹਨਾਂ ਨੇ ਸ਼ਾਮ ਨੂੰ 6 ਵਜੇ ਜਾ ਕੇ ਕਿਹਾ ਜੀ ਅਸੀਂ ਰੈਲੀ ਰੱਦ ਕਰਦੇ ਹਾਂ।
ਜਦ ਕਿ ਇਹ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ ਕਿ ਸਵੇਰੇ 9-10 ਵਜੇ ਦੇ ਜਦ 11 ਵਜੇ ਤੈਅ ਹੋਇਆ ਤਾਂ ਉਹ 9-10 ਵਜੇ ਜਿਹੜੇ ਤੋੜ ਫੋੜ ਕਰਕੇ ਅੰਦਰ ਵੜ ਰਹੇ ਸੀ ਦਿੱਲੀ ਦੇ, ਤਾਂ ਉਸ ਵਕਤ ਇਹਨਾਂ ਨੂੰ ਜਾਂ ਤਾਂ ਉਦੋਂ ਪੁਲਿਸ ਨੂੰ ਵੀ ਔਰ ਇਹਨਾਂ ਦੇ ਨੇਤਾ ਨੂੰ ਉਸ ਵੇਲੇ ਤੈਅ ਕਰਨਾ ਚਾਹੀਦਾ ਸੀ ਕਿ ਇਹ ਸਾਡੇ ਹੱਥੋਂ ਨਿਕਲ ਰਿਹਾ ਹੈ। ਨਹੀਂ ਸਰ ਤੁਸੀਂ ਬਹੁਤ ਪਿਆਰੀ ਗੱਲ ਕੀਤੀ। ਮੈਂ ਚਾਹੂੰਗਾ ਕਿ ਇੱਥੇ ਥੋੜਾ ਹੋਰ ਵਿਸਥਾਰ ਲੈ ਲਾਂ। ਇਹ ਗੱਲ ਬੜੀ ਤਰਕ ਵਾਲੀ ਹੈ, ਦਲੀਲ ਵਾਲੀ ਹੈ, ਵਜਨ ਵਾਲੀ ਹੈ ਕਿ ਜਦੋਂ 8 ਵਜੇ ਦੇ ਕਰੀਬ ਉਹ ਦੂਜੀ ਧਿਰ ਆਪਣੇ ਬੰਦੇ ਲੈ ਕੇ ਤੁਰ ਪਈ ਸੀ, ਲਗਭਗ 9-9:15 ਵਜੇ ਤੱਕ ਤੋੜ ਭੰਨ ਬੈਰੀਕੇਡਸ ਦੀ ਸ਼ੁਰੂ ਹੋ ਗਈ ਸੀ। ਰਾਜੇਵਾਲ ਤੇ ਉਹਨਾਂ ਦੀਆਂ 40 ਜਥੇਬੰਦੀਆਂ ਉਸ ਮੌਕੇ ਐਲਾਨ ਕਰ ਸਕਦੀਆਂ ਸੀ ਕਿ ਅਸੀਂ ਇਸ ਮਾਰਚ ਨੂੰ 26 ਦੀ ਬਜਾਏ 27 ਨੂੰ ਕਰਾਂਗੇ, ਤਾਂ ਕਿ ਘੱਟੋ ਘੱਟ ਉਹਨਾਂ ਤੇ ਇਲਜ਼ਾਮ ਨਾ ਆਉਂਦਾ, ਉਹ ਉੱਥੇ ਹੀ ਰਹਿ ਜਾਂਦੇ, ਉਹ ਅੱਗੇ ਨਾ ਵੱਧਦੇ, ਤਾਂ ਕਿ ਸਾਰੀਆਂ ਜਥੇਬੰਦੀਆਂ ਦੇ ਉੱਤੇ ਨਾ ਇਸ ਤਰ੍ਹਾਂ ਦਾ ਆਉਂਦਾ। ਔਰ ਜਿਹੜੇ ਵੀ ਹੋਰ ਲੋਕ ਸੀਗੇ, ਜਿਹੜੀਆਂ ਦੂਜੀਆਂ ਜਥੇਬੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦੇ ਥੱਲੇ ਸਰਵਣ ਸਿੰਘ ਪੰਧੇਰ ਔਰ ਸਤਨਾਮ ਸਿੰਘ ਜਿਹੜੇ ਪੰਨੂ ਹੈਗੇ ਆ, ਸੋ ਇਹ ਤੁਹਾਨੂੰ ਲੱਗਦਾ ਹੈ ਕਿ ਉੱਥੇ ਤੁਰੰਤ ਫੈਸਲਾ ਨਹੀਂ ਲਿਆ ਗਿਆ? ਜਿਵੇਂ ਤੁਸੀਂ ਪਹਿਲਾਂ ਕਿਹਾ, ਲੈ ਲੈਂਦੇ, ਰੱਦ ਕਰ ਦਿੰਦੇ, ਅਗਲੇ ਦਿਨ ਦਾ ਰੱਖ ਦਿੰਦੇ। ਹੁਣ ਇਹ ਤਾਂ ਉਹੀ ਜਾਣਦੇ ਨੇ ਉਹਨਾਂ ਨੇ ਕੀ ਸੋਚਿਆ। ਸ਼ਾਇਦ ਉਸ ਵੇਲੇ ਉਹਨਾਂ ਨੇ ਸੋਚਿਆ ਕਿ ਆਪੇ ਪੁਲਿਸ ਇਹਨਾਂ ਨੂੰ ਰੋਕ ਲੇਗੀ। ਸ਼ਾਇਦ ਉਹਨਾਂ ਨੇ ਸੋਚਿਆ ਕਿ ਜੀ ਅਸੀਂ ਤਰੇੜਾਂ ਪਾਉਂਦੇ ਆ ਤਾਂ ਸਾਡੇ ਉੱਤੇ ਆਏਗਾ ਕਿ ਅਸੀਂ ਇਹ ਜਿਹੜਾ ਸੰਗਠਨ ਕੀਤਾ ਤੋੜਿਆ। ਹੁਣ ਇਹ ਚੀਜ਼ਾਂ ਦਾ ਬਾਅਦ ਚ ਪਤਾ ਲੱਗਣਗੀਆਂ, ਲੇਕਿਨ ਜੋ ਹੋ ਗਿਆ, ਜੋ ਵਾਪਰਿਆ, ਉਸ ਤੋਂ ਇਹ ਹੋਇਆ ਕਿ ਇਹ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਬਣਾ ਦਿਓ ਇਹ ਸਿੱਖਾਂ ਦਾ ਅੰਦੋਲਨ ਹੈ। ਅੱਜ ਹੁਣ ਜਗ੍ਹਾ ਜਗ੍ਹਾ ਜਿੱਥੇ ਹੁਣੇ ਜਿਹੜੀ ਰਿਪੋਰਟ ANI ਦੀ ਇੱਕ ਰਿਪੋਰਟ ਆਈ ਹੈ, ਕਾਫੀ ਬੰਦੇ ਇਕੱਠੇ ਹੋ ਕੇ ਜਿਹੜੇ ਸਲੋਗਨ ਇਹ ਜਿਹੇ ਵਰਤ ਰਹੇ ਨੇ, ਜਿਹੜੇ BJP ਦੇ ਸਮਰਥਕ ਵਰਤਦੇ ਨੇ, ਉਹ ਉਹਨਾਂ ਨੂੰ ਆ ਕੇ ਕਹਿ ਰਹੇ ਆ ਤੁਸੀਂ ਇਹ ਖਾਲੀ ਕਰੋ, ਸੜਕ ਖਾਲੀ ਕਰੋ। ਜੈਪੁਰ ਵਾਲੀ ਸਾਈਡ ਤੋਂ ਰੇਵਾੜੀ ਵਾਲੀ ਸਾਈਡ ਪਹਿਲਾਂ ਹੋ ਗਈ ਹੈ, ਹੁਣ ਦਿੱਲੀ ਵਾਲੀ ਸੜਕ ਤੇ ਆ ਕੇ ਉਸ ਬਾਰਡਰ ਤੇ ਉਹ ਨਾਰੇ ਲਗਾ ਰਹੇ ਨੇ। ਤਾਂ ਇਹ ਇਸ ਨੂੰ ਬਦਲ ਦਿੱਤਾ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਅੰਦੋਲਨ ਸਿੱਖਾਂ ਦਾ ਹੈ, ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ। ਹੁਣ ਇਸ ਵੇਲੇ ਦੇਖੋ ਆਪੋਜੀਸ਼ਨ ਨੇ ਵੀ ਐਲਾਨ ਕੀਤਾ ਹੈ, ਗੁਲਾਮ ਨਬੀ ਆਜ਼ਾਦ ਨੇ ਐਲਾਨ ਕੀਤਾ ਕਿ ਅਸੀਂ ਸਾਰੀ ਆਪੋਜੀਸ਼ਨ ਪਾਰਟੀਆਂ ਕੱਲ ਪ੍ਰੈਜ਼ੀਡੈਂਟ ਦਾ ਲੈਕਚਰ ਨਹੀਂ ਸੁਣਾਂਗੇ ਕਿਉਂਕਿ ਇਹ ਧੱਕੇ ਨਾਲ ਕਾਨੂੰਨ ਪਾਸ ਹੋਇਆ। ਦੇਖੋ ਇਸ ਵੇਲੇ ਕਿਸਾਨਾਂ ਨੇ ਬੜੀ ਮਿਹਨਤ ਕਰਕੇ ਇਸ ਨੂੰ ਇਸ ਹੱਦ ਤਾਈਂ ਲੈ ਕੇ ਆਏ ਹੈ ਆਪਣੇ ਅੰਦੋਲਨ ਨੂੰ। ਹੁਣ ਅੰਦੋਲਨ ਉਹ ਆਪੋਜੀਸ਼ਨ ਦੇ ਹੱਥ ਚਲਾ ਜਾਂਦਾ ਕਿਉਂਕਿ ਪਾਰਲੀਮੈਂਟ ਖੁੱਲ ਗਈ। ਜਦ ਪਾਰਲੀਮੈਂਟ ਖੁੱਲ ਗਈ ਤਾਂ ਪਾਰਲੀਮੈਂਟ ਦੇ ਵਿੱਚ ਚੱਲਣ ਦੋ, ਲੇਕਿਨ ਉਹਦੇ ਵਿੱਚ ਕੋਸ਼ਿਸ਼ ਇਹ ਹੋਏਗੀ ਕੇਂਦਰ ਸਰਕਾਰ ਦੀ ਕਿ ਇਹਨਾਂ ਨੂੰ ਤਿੱਤਰ ਬਿੱਤਰ ਕਰ ਦਈਏ, ਇਹ ਟੁੱਟ ਜਾਣ। ਇੱਕ ਪਾਨੂ ਗਰੁੱਪ ਪਹਿਲਾਂ ਛੱਡ ਕੇ ਚਲਾ ਗਿਆ UP ਵਾਲਾ, ਫਿਰ ਉਹ VM ਸਿੰਘ ਕਹਿ ਰਿਹਾ ਜੀ ਮੈਂ ਟੁੱਟ ਗਿਆ। ਹੁਣ ਪਤਾ ਨਹੀਂ ਉਹ ਉਹਨਾਂ ਦੇ ਨਾਲ ਹੈ ਉਹਨਾਂ ਦਾ ਗਰੁੱਪ ਜਾਂ ਨਹੀਂ ਹੈ। ਪਹਿਲਾਂ ਇੱਕ ਖਬਰ ਆਈ ਸੀ ਕਿ ਉਹਨਾਂ ਨੂੰ ਕੱਢ ਦਿੱਤਾ ਉਹਦੀ ਪ੍ਰੈਜ਼ੀਡੈਂਟਸ਼ਿਪ ਤੋਂ। ਹੁਣ ਇਹ ਕੋਸ਼ਿਸ਼ ਕੇਂਦਰ ਸਰਕਾਰ ਦੀ ਹੈ ਕਿ ਇਹਨਾਂ ਨੂੰ ਤਿੱਤਰ ਬਿੱਤਰ ਕਰ ਦਈਏ, ਹਰਿਆਣੇ 'ਚੋਂ ਜਿਹੜੀ ਇਹਨਾਂ ਨੂੰ ਸਪੋਰਟ ਮਿਲ ਰਹੀ ਸੀ ਉਹ ਟੁੱਟ ਜੇ, ਹਰਿਆਣੇ ਵਾਲੇ ਇਸ ਖੜੇ ਨਾ ਹੋਣ। ਜਿਵੇਂ ਉਹ ਰੇਵਾੜੀ 'ਚੋਂ ਇਹਨਾਂ ਨੇ ਪਾਸ ਕਰਵਾ ਦਿੱਤਾ ਕਿ ਉੱਥੋਂ ਦੀਆਂ ਪੰਚਾਇਤਾਂ ਕਹਿ ਰਹੀਆਂ ਤੁਸੀਂ ਜਾਓ, ਤੁਹਾਡੀ ਅਸੀਂ ਮਦਦ ਨਹੀਂ ਕਰਾਂਗੇ। ਹੁਣ ਇਹ ਗੱਲ ਹਰਿਆਣੇ ਵਾਲੇ ਕਿਸਾਨਾਂ ਤੇ ਆਉਂਦੀ ਹੈ, ਉਹਨਾਂ ਨੂੰ ਇਸ ਵੇਲੇ ਉੱਠ ਕੇ ਖੜਾ ਹੋਣਾ ਚਾਹੀਦਾ ਹੈ ਆਪਣੇ ਪੰਜਾਬ ਦੇ ਵੀਰਾਂ ਨਾਲ ਔਰ ਕਹਿਣ ਕਿ ਇਹ ਜਿਹੜੇ ਇੱਥੇ ਬੈਠੇ ਨੇ, ਜਿਹੜੇ ਮੇਨ ਸਾਰਿਆਂ ਤੋਂ ਮੇਨ ਧੜਾ ਹੈਗਾ ਇਸ ਅੰਦੋਲਨ ਦਾ, ਇਹ ਇਕੱਠੇ ਨੇ, ਇਹ ਦੇਸ਼ ਦੇ ਖਿਲਾਫ ਨਹੀਂ ਹੈ, ਇਹ ਸਿੱਖੀ ਅੰਦੋਲਨ ਨਹੀਂ ਹੈ, ਇਹ ਕਿਸਾਨੀ ਦਾ ਅੰਦੋਲਨ ਹੈ। ਉਹ ਆਵਾਜ਼ਾਂ ਇਸ ਵੇਲੇ ਸੁਣਾਈ ਨਹੀਂ ਦੇ ਰਹੀਆਂ। ਸਿਰਫ ਚੌਥਾਲਾ ਸਾਹਿਬ MLA ਤੋਂ ਉਹਨਾਂ ਨੇ ਆਪਣੀ ਰਿਜ਼ਾਈਨ ਕਰ ਦਿੱਤਾ ਹੈ, ਉਹ ਚੰਗੀ ਗੱਲ ਹੈ, ਲੇਕਿਨ ਇਸ ਵੇਲੇ ਇਹ ਜੇ ਰੁਕ ਸਕਣ ਉੱਥੇ ਔਰ ਦੁਬਾਰਾ ਇਹਨਾਂ ਨੂੰ ਦਿਖਾਣਾ ਪਏਗਾ ਕਿ ਸਾਰੇ ਕਿਸਾਨ ਸਾਡੇ ਨਾਲ ਹੈ, UP ਦੇ ਕਿਸਾਨ ਵੀ ਸਾਡੇ ਨਾਲ ਹੈ। ਕੋਈ ਗੱਲ ਨਹੀਂ, ਭਾਨੂ ਗਰੁੱਪ ਜੇ ਚਲਾ ਗਿਆ, ਹਲੇ ਉੱਥੇ ਅਜੀਤ ਸਿੰਘ ਹੋਣਾ ਦਾ ਗਰੁੱਪ ਹੈ, ਉਹ ਨਾਲ ਨੇ ਉੱਥੇ, ਚਰਨ ਸਿੰਘ ਦਾ ਗ੍ਰੈਂਡਸਨ ਉਹ ਉਹਨਾਂ ਦੇ ਨਾਲ ਨੇ ਹਲੇ, ਤੇ ਉਹ ਜੇ ਮਦਦ ਕਰਦੇ ਨੇ, ਉਹ ਮਦਦ ਅਗਲੇ 24-48 ਘੰਟੇ ਵਿੱਚ ਆਣੀ ਚਾਹੀਦੀ ਹੈ। ਜੇ ਉਹ ਮਦਦ ਨਹੀਂ ਆਉਂਦੀ ਤਾਂ ਕੇਂਦਰ ਸਰਕਾਰ ਇਹੀ ਕੋਸ਼ਿਸ਼ ਕਰੇਗੀ ਕਿ ਇਹ ਕਹਿੰਦੀ ਹੈ ਸਿਰਫ ਸਿੱਖ ਬੈਠੇ ਨੇ, ਇਹ ਸਿੱਖ ਖਰਾਬ ਕਰ ਰਹੇ ਨੇ, ਔਰ ਇਹਨੂੰ ਭੜਕਾਊ ਪ੍ਰਚਾਰ ਕਰਕੇ ਬਾਕੀ ਕਿਸਾਨਾਂ ਨੂੰ ਇਹਨਾਂ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਲੱਗਦਾ ਹੈ ਕਿ ਬਾਕੀ ਜਿਹੜੇ ਟਿਕਰੀ ਔਰ ਸਿੰਘੂ ਹੈ, ਇਹਨੂੰ ਛੱਡ ਕੇ ਬਾਕੀ ਜਗ੍ਹਾ ਤੇ ਗਵਰਨਮੈਂਟ ਦੀ ਕੋਸ਼ਿਸ਼ ਰਹੇਗੀ ਕਿ ਸਾਰੇ ਰਸਤੇ ਖਾਲੀ ਕਰਵਾ ਲਏ ਜਾਣ ਔਰ ਉਹਨਾਂ ਨੂੰ ਤਿੱਤਰ-ਬਿੱਤਰ ਕਰਤਾ ਜਾਵੇ, ਭਜਾਤਾ ਜਾਵੇ ਜਾਂ ਅਰੈਸਟ ਕਰ ਲਿਆ ਜਾਵੇ? ਇਸ ਤਰ੍ਹਾਂ ਦੀ ਅੱਜ ਸਰਗਰਮੀ ਰਹੀ ਹੈ ਪੂਰਾ ਦਿਨ ਔਰ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ। ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ, ਕਿਉਂਕਿ ਅੱਜ ਜਦੋਂ ਮੈਂ ਨੈਸ਼ਨਲ ਨਿਊਜ਼ਪੇਪਰ ਦੇਖ ਰਿਹਾ ਸੀ,
ਖਾਸ ਤੌਰ ਤੇ ਕੱਲ ਤਾਂ ਮੈਂ ਇੰਟਰਨੈਸ਼ਨਲ ਨਿਊਜ਼ਪੇਪਰ ਵੀ ਜਿਹਦੇ ਵਿੱਚ ਨਿਊਯਾਰਕ ਟਾਈਮਸ ਤੋਂ ਲੈ ਕੇ ਹੋਰ ਵੀ ਸਾਰੀਆਂ ਅਖਬਾਰਾਂ ਉਹਨਾਂ ਨੂੰ ਦੇਖਿਆ, ਉਹਦੀ ਵੀ ਰਿਪੋਰਟਿੰਗ ਹੋਈ ਆ। ਲੇਕਿਨ ਜਿਹੜੀ ਅੱਜ ਅੰਗਰੇਜ਼ੀ ਦੀਆਂ ਅਖਬਾਰਾਂ, ਹਿੰਦੀ ਦੀਆਂ ਅਖਬਾਰਾਂ ਦੇ ਵਿੱਚ ਲਾਲ ਕਿਲੇ ਵਾਲੀ ਘਟਨਾ ਨੂੰ ਲੈ ਕੇ, ਇਸ ਜਿਹੜਾ ਟਰੈਕਟਰ ਮਾਰਚ ਸੀ ਇਹਨੂੰ ਲੈ ਕੇ, ਅੰਦੋਲਨ ਨੂੰ ਲੈ ਕੇ ਜਿੰਨੀਆਂ ਖਬਰਾਂ ਛਪੀਆਂ, ਉਹਦੇ ਨਾਲ ਥੋੜਾ ਜਿਹਾ ਮਨ ਦੁਖਿਆ ਹੈ ਕਿ ਸਹੀ ਤਸਵੀਰ ਨਹੀਂ ਪੇਸ਼ ਕੀਤੀ ਜਾ ਰਹੀ। ਪੋਲਰਾਈਜੇਸ਼ਨ ਹੋ ਰਹੀ ਆ, ਗਵਰਨਮੈਂਟ ਜੋ ਚਾਹੁੰਦੀ ਸੀ ਉਸੇ ਦਿਸ਼ਾ ਨੂੰ ਗੱਲਾਂ ਤੁਰ ਰਹੀਆਂ ਨੇ। ਜਿਹੜੀ ਪੰਜਾਬ ਵਰਸਸ ਸਟੇਟ ਹੋਣ ਦੀ ਗੱਲ ਹੋ ਰਹੀ ਹੈ, ਸਿੱਖ ਵਰਸਸ ਸਟੇਟ ਹੋਣ ਦੀ ਗੱਲ ਹੋ ਰਹੀ ਹੈ, ਉਹਨੂੰ ਹੋਰ ਹਵਾ ਦਿੱਤੀ ਜਾ ਰਹੀ ਹੈ। ਮੈਨੂੰ ਪਤਾ ਲੱਗਿਆ ਸੀ ਕਿ ਦਿੱਲੀ ਦੇ ਵਿੱਚ ਤਿਰੰਗਾ ਮਾਰਚ ਦੀ ਪਲੈਨਿੰਗ ਸ਼ਾਇਦ ਸ਼ਨੀ ਐਤਵਾਰ ਦੇ ਵਿੱਚ ਕਿਸੇ ਦਿਨ ਹੈ। ਸੋ ਇਹ ਟਕਰਾਅ ਅੱਗੇ ਵੱਧ ਸਕਦੇ ਆ, ਇਹਨੂੰ ਕਿਵੇਂ ਰੋਕਿਆ ਜਾ ਸਕਦਾ, ਔਰ ਇਹਦੇ ਵਿੱਚ ਨੈਸ਼ਨਲ ਮੀਡੀਆ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਮੀਡੀਆ ਨੂੰ ਅਸੀਂ ਕਿਉਂ ਇਸ ਗੱਲ ਤੇ ਕਹੀਏ ਬੁਰਾ ਚੰਗਾ, ਉਹ ਤਾਂ ਪਤਾ ਹੀ ਹੈ, ਜੋ ਹੈਗੇ ਸੋ ਹੈਗੇ ਹੈ ਜੀ। ਹੁਣੇ ਮੈਨੂੰ ਪਤਾ ਲੱਗਿਆ ਇੱਕ ਨੈਸ਼ਨਲ ਐਂਕਰ, ਇੱਕ ਵੱਡੀ ਅੰਗਰੇਜ਼ੀ ਦੇ ਚੈਨਲ ਦੇ, ਉਹਨਾਂ ਨੂੰ ਸਸਪੈਂਡ ਕਰਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਉਹ ਕਿਸਾਨ ਜਿਹੜਾ ਮਰ ਗਿਆ ਵਿਚਾਰਾ, ਉਹਦੇ ਗੋਲੀ ਲੱਗੀ ਹੈ, ਜਦ ਗੋਲੀ ਨਹੀਂ ਸੀ ਲੱਗੀ, ਉਹਦਾ ਐਕਸੀਡੈਂਟ ਹੋਇਆ, ਟਰੈਕਟਰ ਵੱਜਿਆ ਸੀ ਜਾ ਕੇ। ਸੋ ਇਹ ਚੀਜ਼ ਦੇਖੋ, ਕੇਂਦਰ ਸਰਕਾਰ ਤਾਂ ਕੋਸ਼ਿਸ਼ ਕਰੇਗੀ ਉਹਨਾਂ, ਕਿਉਂਕਿ ਉਹ ਕਾਨੂੰਨ ਜਿਹੜੇ ਪਾਸ ਕੀਤੇ ਆ ਉਹ ਸ਼ੋਅ ਕਰਨਾ ਚਾਹੁੰਦੇ, ਉਹ ਦਿਖਾਣਾ ਚਾਹੁੰਦੇ ਆ ਕਾਨੂੰਨ ਸਹੀ ਨੇ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਆਪੋਜੀਸ਼ਨ ਦਾ ਉਹਨਾਂ ਤੇ ਕੱਲ ਪਰਸੋਂ ਚੌਥ ਜਦ ਪਾਰਲੀਮੈਂਟ ਖੁੱਲੇਗੀ ਉੱਥੇ ਅਟੈਕ ਆਏਗਾ ਪੂਰਾ। ਹੁਣ ਉਸ ਦੇ ਦੌਰਾਨ ਉਹ ਕੋਸ਼ਿਸ਼ ਕਰਨਗੇ ਕਿ ਹਾਂ ਇਹ ਹਾਈਵੇ ਜੇ ਖਾਲੀ ਹੋ ਜਾਂਦੇ ਆ, ਜੇ ਬੰਦੇ ਪੰਜਾਬ ਮੁੜ ਜਾਂਦੇ ਨੇ ਉੱਥੋਂ ਨਿਕਲ ਕੇ, ਇਹ ਘਟ ਜਾਂਦੇ ਨੇ, ਇਹਨਾਂ ਦੇ ਲੀਡਰ ਅਰੈਸਟ ਕਰ ਲੈਂਦੇ ਆ, ਇਹਨਾਂ ਦੀ ਸਟੇਜ ਜਿਹੜੀ ਇਹਨਾਂ ਕੋਲ ਹੈ ਉਹ ਖੋਈ ਜਾਂਦੀ ਹੈ, ਤਾਂ ਉਹਦੇ ਨਾਲ ਨੈਚੁਰਲੀ ਕੇਂਦਰ ਸਰਕਾਰ ਨੂੰ ਫਾਇਦਾ ਹੋਏਗਾ। ਲੇਕਿਨ ਕੇਂਦਰ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਭਾਵੇਂ ਕੱਲ ਇਹਨਾਂ ਨੇ ਗਲਤੀ ਕਰ ਲਈ ਹੈ, ਕੱਲ ਇਹ ਥੋੜੇ ਜਿਹੇ ਬੈਕਫੁੱਟ ਤੇ ਆ ਗਏ ਨੇ, ਥੋੜੇ ਪਿੱਛੇ ਹਟੇ ਨੇ ਉਸ ਚੀਜ਼ ਨਾਲੋਂ ਜਿੱਥੇ ਪਹਿਲਾਂ ਖੜੇ ਸੀਗੇ, ਲੇਕਿਨ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ। ਕੇਂਦਰ ਨੂੰ ਇਹ ਮੌਕਾ ਮਿਲਿਆ ਜਦ ਉਹ ਇਹਨੂੰ ਦੁਰਉਪਯੋਗ ਨਾ ਕਰਨ, ਇਹਦਾ ਚੰਗਾ ਉਪਯੋਗ ਕਰਕੇ ਕਿ ਇਹ ਬੰਦਿਆਂ ਨਾਲ ਫੇਰ ਬੈਠ ਕੇ ਗੱਲ ਕਰਨ ਕਿ ਦੇਖੋ ਇਹ ਗੱਲ ਵਿਗੜ ਰਹੀ ਹੈ, ਨਾ ਤੁਹਾਡੇ ਲਈ ਠੀਕ ਹੈ, ਨਾ ਕੇਂਦਰ ਲਈ ਠੀਕ ਹੈ, ਨਾ ਹਿੰਦੁਸਤਾਨ ਲਈ ਠੀਕ ਹੈ, ਕਿਉਂਕਿ ਬਾਹਰ ਦੇ ਦੇਸ਼ ਦੇਖਣਗੇ ਇੱਥੇ ਕੀ ਹੋ ਰਿਹਾ ਹੈ। ਤੋ ਇਸ ਕਰਕੇ ਜਿੱਥੇ ਆਪਾਂ ਗੱਲਬਾਤ ਨਵੇੜੀ ਸੀ, ਅਸੀਂ ਛੱਡੀ ਸੀ, ਉੱਥੋਂ ਦੁਬਾਰਾ ਸ਼ੁਰੂ ਕਰਕੇ ਇਹਨੂੰ ਕਿਸੇ ਸਿਰੇ ਲਿਜਾਈਏ, ਕਿਉਂਕਿ ਇਹ ਅੰਦੋਲਨ ਨਾ ਤਾਂ ਕੇਂਦਰ ਨੂੰ ਸ਼ੋਭਾ ਦਿੰਦਾ ਹੈ, ਨਾ ਹੀ ਕਿਸਾਨਾਂ ਦੇ ਹੁਣ ਹਿੱਤ 'ਚ ਹੈ, ਕਿਉਂਕਿ ਇਹ ਕਮਿਊਨਲ ਡਿਵਾਈਡ ਵੱਧ ਸਕਦੀ ਹੈ। ਤੋ ਇਸ ਕਰਕੇ ਜੇ ਸਿਰਫ ਹੁਣ ਧੱਕਾ ਕਰਨਗੇ ਕਿ ਇਹਨਾਂ ਦੇ ਲੀਡਰਾਂ ਤੇ ਕੇਸ ਬਣਾਤੇ, ਇਹਨਾਂ ਨੂੰ ਅਰੈਸਟ ਕਰ ਲਓ, ਇਹਨਾਂ ਨੂੰ ਤਿੱਤਰ ਬਿੱਤਰ ਕਰੋ, ਦੇਖੋ ਇਹ ਤਾਂ ਫਿਰ ਅਸੀਂ ਪਛੋੜ ਕਰੀ ਜਾ ਰਹੇ ਹਾਂ, ਜਿਹੜੀਆਂ ਚੀਜ਼ਾਂ ਪਹਿਲਾਂ ਹੋਈਆਂ ਉਸ ਵੱਲ ਜਾ ਰਹੇ ਹਾਂ, ਔਰ ਇਹ ਕੋਈ ਬਹੁਤੀ ਸਿਆਣਪ ਦੀ ਗੱਲ ਨਹੀਂ ਹੋਏਗੀ। ਔਰ ਮੈਂ ਸਮਝਦਾ ਇਹਦੇ ਵਿੱਚ ਆਪੋਜੀਸ਼ਨ ਨੂੰ ਲੀਡ ਲੈਣੀ ਚਾਹੀਦੀ ਹੈ। ਹੁਣ ਮੌਕਾ ਉਹ ਆ ਗਿਆ ਹੈ ਜਿੱਥੇ ਕਿਸਾਨਾਂ ਨੂੰ ਛੱਡ ਕੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਵੱਡੀਆਂ, ਉਹਨਾਂ ਨੂੰ ਵਿੱਚ ਪੈ ਕੇ ਇਸ ਵੇਲੇ ਕਾਂਗਰਸ ਨੇ ਤਾਂ ਦੇਖਿਆ, ਕਾਂਗਰਸ ਦੇ ਹੱਥਾਂ 'ਚ ਸਿਚੁਏਸ਼ਨ ਉਦੋਂ ਵਿਗੜੀ ਹੈ 1980 ਤੋਂ ਲਾ ਕੇ, ਉਹਨਾਂ ਨੂੰ ਪਤਾ ਹੈ ਕਿਵੇਂ ਸਿਚੁਏਸ਼ਨ ਵਿਗੜਦੀ ਹੈ। ਤੋ ਇਸ ਕਰਕੇ ਉਹਨਾਂ ਨੂੰ ਪਹਿਲ ਕਰਨੀ ਚਾਹੀਦੀ ਹੈ। ਮੈਂ ਸਮਝਦਾ ਸੀਐਮ ਸਾਹਿਬ ਪੰਜਾਬ ਦੇ ਨੇ, ਉਹਨਾਂ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ। ਹਰਿਆਣੇ ਦੇ ਲੀਡਰ ਹੈ, ਇਹ ਮੌਕਾ ਉਹ ਆ ਗਿਆ ਜਿੱਥੇ ਹੁਣ ਪੋਲੀਟੀਕਲ ਜਿਹੜੇ ਵੱਡੇ ਸਿਆਸੀ ਲੀਡਰ ਨੇ, ਉਹਨਾਂ ਨੂੰ ਇਸ ਵੇਲੇ ਵਿੱਚ ਪੜ ਕੇ ਕਰਨਾ ਚਾਹੀਦਾ, ਇਹਨੂੰ ਵਿਗੜਨ ਮਤ ਦਿਓ, ਇਹਨੂੰ ਵਿਗਾੜੋ ਮਤ, ਇਸ ਵੇਲੇ ਗੱਲਬਾਤ ਕਰੋ, ਗੱਲਬਾਤ ਕਰਕੇ ਖਤਮ ਕਰੋ। ਜਿਹੜਾ ਸਰ ਬਿਰਤਾਂਤ ਸਿਰਜਿਆ ਜਾ ਰਿਹਾ, ਜਿਹਨੂੰ ਤੁਸੀਂ ਅੰਗਰੇਜ਼ੀ ਭਾਸ਼ਾ 'ਚ ਨੈਰੇਟਿਵ ਕਹਿੰਦੇ ਹੋ, ਇਹ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਇਹ ਹੁਣ ਕਿਸਾਨ ਜਿਹੜੇ ਪੂਰੀ ਤਰ੍ਹਾਂ ਅਲੱਗ ਥਲੱਗ ਪੈ ਗਏ। ਇਹ ਜਿਹੜਾ ਅੰਦੋਲਨ ਸੀਗਾ ਇਹ ਕਿਸਾਨਾਂ ਦਾ ਨਾ ਰਹਿ ਕੇ, ਇਹ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਧਿਰਾਂ ਦਾ ਜਿਨ੍ਹਾਂ ਨੂੰ ਰੈਡੀਕਲ ਕਿਹਾ ਜਾਂਦਾ, ਤੀਜੇ ਬੰਨੇ ਕਿਸਾਨ ਜਥੇਬੰਦੀਆਂ ਵੀ ਇੱਕ ਦੋ ਲੋਕਾਂ ਤੇ ਇਲਜ਼ਾਮ ਲਾ ਰਹੀਆਂ ਕਿ ਉਹ ਦੀਪ ਸਿੱਧੂ ਕਰ ਗਿਆ ਜੀ। ਸਵਾਲ ਤਾਂ ਇਹ ਵੀ ਹੈ ਕਿ ਜਦੋਂ ਲਗਾਤਾਰ ਅਸੀਂ 2 ਮਹੀਨੇ ਤੋਂ ਸਿੰਘੂ ਦੀ ਸਟੇਜ ਤੋਂ ਲੋਕਾਂ ਨੂੰ ਪ੍ਰਪੇਅਰ ਕਰ ਰਹੇ ਸੀ ਕਿ ਅਸੀਂ ਦਿੱਲੀ ਨੂੰ ਜਿੱਤਣਾ ਹੈ, ਇਹ ਛੋਟੇ ਸਵਾਲ ਆ। ਜੇ ਅਸੀਂ ਆਪਣੇ ਆਪ ਨੂੰ ਸਵਾਲ ਨਹੀਂ ਕਰਾਂਗੇ ਸਰਦਾਰ ਕੇਸੀ ਜੀ, ਅਸੀਂ ਮੇਰੇ ਖਿਆਲ ਗੁਨਾਹਗਾਰ ਹੋਵਾਂਗੇ। ਜਦੋਂ ਅਸੀਂ ਹਰ ਦਿਨ 11 ਵਜੇ ਤੋਂ 5 ਵਜੇ ਤੱਕ ਸ਼ਾਮ ਤੱਕ ਸਟੇਜ ਦੇ ਉੱਤੋਂ ਲੋਕਾਂ ਨੂੰ ਪ੍ਰਪੇਅਰ ਕਰ ਰਹੇ ਸੀ ਕਿ ਅਸੀਂ ਦਿੱਲੀ ਨੂੰ ਦਿਖਾ ਦਿਆਂਗੇ, ਉਹ ਲੋਕਾਂ ਦੇ ਜਿਹੜੇ ਬੜੇ ਜਜ਼ਬਾਤੀ ਲੋਕ ਹੁੰਦੇ ਆ, ਅਪੋੜ ਲੋਕ ਹੁੰਦੇ ਆ, ਉਹਨਾਂ ਦੇ ਅੰਦਰ ਉਹ ਚੀਜ਼ਾਂ ਘਰ ਗਈਆਂ, ਉਹਨਾਂ ਚੀਜ਼ਾਂ ਨੇ ਸਥਾਨ ਲੈ ਲਿਆ ਕਿ ਅਸੀਂ ਦਿੱਲੀ ਨਾਲ ਟਕਰਾਉਣਾ ਹੈ। ਸੋ ਜਿਹੜੀ ਇਹ ਸਥਿਤੀ ਬਣੀ ਹੈ, ਇਹਦੇ ਵਿੱਚ ਜੇਕਰ ਹੁਣ ਕੋਈ ਜ਼ਿੰਮੇਵਾਰ ਧਿਰਾਂ ਨਹੀਂ ਪੈਂਦੀਆਂ, ਜੇਕਰ ਪਾਰਲੀਮੈਂਟ ਦੇ ਵਿੱਚ ਵੀ ਇਸੇ ਹੀ ਨੈਰੇਟਿਵ ਨੂੰ ਅੱਗੇ ਵਧਾਇਆ ਜਾਂਦਾ ਕਿ ਦੇਖੋ ਜੀ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਾਤਾ ਗਿਆ ਸੀ, ਔਰ ਜਿਹੜੇ ਮੈਂਬਰ ਪਾਰਲੀਮੈਂਟ ਕਿਸਾਨਾਂ ਦੇ ਹੱਕ 'ਚ ਬੋਲਣਾ ਵੀ ਚਾਹ ਰਹੇ ਸੀ, ਉਹ ਜਾ ਕੇ ਬੋਲ ਨਾ ਪਾਉਣ, ਇਸ ਕਰਕੇ ਕਿ ਅਸੀਂ ਕਿਤੇ
ਕਾਰਨਰ ਨਾ ਕਰਤੇ ਜਾਈਏ ਆਪਣੀ ਆਪਣੀ ਸਟੇਟ ਦੇ ਵਿੱਚ ਕਿ ਦੇਖੋ ਜੀ ਇਹ ਤੇ ਉਹਨਾਂ ਲੋਕਾਂ ਦਾ ਸਾਥ ਦੇ ਰਹੇ ਆ ਜਿਨ੍ਹਾਂ ਨੇ ਲਾਲ ਕਿਲੇ ਤੇ ਇਹ ਕੀਤਾ, ਕਿਉਂਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਨੇੜਿਓਂ ਦੇਖਦੇ ਰਹੇ ਹੋ ਔਰ ਤੁਸੀਂ ਮੈਂਬਰ ਪਾਰਲੀਮੈਂਟਸ ਦੀ ਸਾਈਕੀ ਨੂੰ ਵੀ ਸਮਝਦੇ ਹੋ। ਇੱਥੋਂ ਹੁਣ ਅੱਗੇ ਜਿੱਥੇ ਅਸੀਂ ਖੜੇ ਆ, ਮੈਂਬਰ ਪਾਰਲੀਮੈਂਟਸ ਖੁੱਲ ਕੇ ਕਿਸਾਨਾਂ ਦੇ ਹੱਕ 'ਚ ਬੋਲ ਸਕਣਗੇ, ਪਾਰਟੀਆਂ ਖੁੱਲ ਕੇ ਕਿਸਾਨੀ ਹਿੱਤਾਂ ਲਈ ਲੜ ਸਕਣਗੀਆਂ, ਜਾਂ ਜਿਹੜਾ ਨੈਰੇਟਿਵ ਸਟੇਟ ਸਿਰਜਣਾ ਚਾਹੁੰਦੀ ਸੀ ਉਸ ਪੂਰੇ ਜਾਲ ਦੇ ਵਿੱਚ, ਟਰੈਪ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਫਸ ਜਾਣਗੇ ਔਰ ਮਹਿਜ ਰਸਮ ਤੱਕ ਬਣ ਕੇ ਰਹਿ ਜਾਊਗਾ ਬਜਟ ਸੈਸ਼ਨ, ਤੁਹਾਨੂੰ ਲੱਗਦਾ ਹੈ? ਔਰ ਕਿਸਾਨ ਅਲੱਗ-ਥਲੱਗ ਹੁੰਦੇ ਜਾਣਗੇ ਅੱਗੇ ਜਾ ਕੇ, ਜਾਂ ਇਹਦੇ ਵਿੱਚ ਜੋਸ਼ ਆ ਸਕਦਾ, ਕਿਸਾਨ ਅੰਦੋਲਨ ਅੱਗੇ ਨਾਲੋਂ ਤੀਬਰ ਹੋ ਸਕਦਾ? ਦੇਖੋ, ਇਹ ਪਹਿਲੀ ਗੱਲ ਤਾਂ ਇਹ ਇਸ ਚੀਜ਼ ਤੇ ਨਿਰਭਰ ਰਹੇਗਾ ਕਿ ਹਰਿਆਣਾ ਦਾ ਕਿਸਾਨ, ਕਿਉਂਕਿ ਇਸ ਵੇਲੇ ਜਿਹੜਾ ਅੰਦੋਲਨ ਹੈ ਉਹ ਹਰਿਆਣੇ ਦੇ ਅੰਦਰ ਹੈ, ਦਿੱਲੀ ਦੀ ਸਰਹੱਦ ਤੇ ਹੈ, ਹਰਿਆਣੇ ਦੇ ਅੰਦਰ ਹੈ। ਹਰਿਆਣੇ ਦਾ ਕਿਸਾਨ ਨਾਲ ਰਹਿੰਦਾ ਇਹਨਾਂ ਦੇ ਜਾਂ ਟੁੱਟ ਜਾਂਦਾ ਹੈ ਜੀ। ਜੇ ਹਰਿਆਣਾ ਦਾ ਕਿਸਾਨ ਇਹਨਾਂ ਦੇ ਨਾਲ ਨਹੀਂ ਰਹਿੰਦਾ, ਸਿਰਫ ਪੰਜਾਬ ਦੇ ਕਿਸਾਨ ਉੱਥੇ ਰਹਿ ਜਾਂਦੇ ਆ, ਫਿਰ ਇਹ ਜਿਹੜਾ ਤੁਸੀਂ ਨੈਰੇਟਿਵ ਕਹਿ ਰਹੇ ਹੋ ਇੱਧਰ ਨੂੰ ਗੱਲ ਚਲਾ ਰਹੇ ਹੈ, ਆਲਰੇਡੀ ਕੁਝ ਤਰ੍ਹਾਂ ਚਲਾ ਰਹੀ ਹੈ ਔਰ ਕੁਝ ਹੋਰ ਚੱਲੇਗੀ। ਉਹ ਕੋਸ਼ਿਸ਼ ਇਹ ਕਰਨਗੇ ਕਿ ਆਪੋਜੀਸ਼ਨ ਟਰੈਪ ਹੋ ਜੇ, ਉਹ ਖੁੱਲ ਕੇ ਕਿਸਾਨਾਂ ਦੇ ਵੱਖ ਨਾ ਆ ਸਕੇ ਔਰ ਉਹਨਾਂ ਦੀ ਮਦਦ ਨਾ ਕਰ ਸਕੇ। ਤਾਂ ਹੀ ਮੈਂ ਕਹਿ ਰਹੀ ਹਾਂ, ਇਸ ਲਈ ਜ਼ਰੂਰੀ ਹੈ ਜਿਹੜੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ 1980 ਦਾ ਵੀ ਦੇਖਿਆ, 80 ਤੋਂ ਲਾ ਕੇ 90 ਤੱਕ 10 ਸਾਲ ਪੰਜਾਬ ਦੇ ਦੇਖੇ ਨੇ, ਉਹ ਇਸ ਵੇਲੇ ਇਹਦੇ ਚ ਅੰਦਰ ਆ ਕੇ ਉਹਨਾਂ ਨੂੰ ਇੱਕ ਰੋਲ ਅਦਾ ਕਰਨਾ ਪਏਗਾ ਤਾਂ ਕਿ ਇਹ ਸਿਚੁਏਸ਼ਨ ਵਿਗੜੇ ਨਾ। ਹੁਣ ਇਹ ਚੀਜ਼ ਪੂਰੇ ਦੇਸ਼ ਦੇ ਅੰਦਰ ਕਮਿਊਨਲ ਐਮਿਟੀ ਰੱਖਣ ਲਈ ਜ਼ਰੂਰੀ ਹੈ। ਔਰ ਇਹ ਗੱਲ ਇਹਨਾਂ ਨੂੰ ਮਿਲ ਕੇ, ਹੋਮ ਮਿਨਿਸਟਰ ਸਾਹਿਬ ਨੂੰ, ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲ ਕੇ, ਇਨਫੈਕਟ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਖੁਦ ਬੁਲਾ ਲੈਣਾ ਚਾਹੀਦਾ ਹੈ ਇਸ ਵੇਲੇ। ਉਹਨਾਂ ਨੇ ਕੱਲ ਇਹ ਕਹਿਣਾ ਪਏਗਾ ਕਿ ਜਿਸ ਤਰੀਕੇ ਨਾਲ ਦਿੱਲੀ ਦੀ ਪੁਲਿਸ ਨੇ ਗੋਲੀ ਨਹੀਂ ਚਲਾਈ, ਹਥਿਆਰ ਦਾ ਇਸਤੇਮਾਲ ਨਹੀਂ ਕੀਤਾ, ਅਦਰਵਾਈਜ਼ ਜੇ ਦੇਖਿਆ ਜਾਵੇ ਟਰੈਕਟਰਾਂ ਦੇ ਨਾਲ ਉਹਨਾਂ ਕਨੀ ਜਿਸ ਤਰੀਕੇ ਨਾਲ ਟਰੈਕਟਰ ਲੈ ਕੇ ਲੋਕ ਨਿਕਲ ਰਹੇ ਸੀ, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਾਂ ਉਹਦੇ ਚ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਕਿਸੇ ਵੀ ਦੇਸ਼ ਦੀ ਪੁਲਿਸ ਉਹ ਇਸ ਤਰੀਕੇ ਨਾਲ ਰੋਕੇ ਪਰ ਗੋਲੀ ਨਾ ਚਲਾਵੇ, ਇਹ ਮੈਂ ਸਮਝਦਾ ਇਹਦੇ ਚ ਕੇਂਦਰ ਸਰਕਾਰ, ਦਿੱਲੀ ਦੀ ਪੁਲਿਸ, ਉਹਨਾਂ ਦੀ ਲੀਡਰੀ ਅੱਗੇ ਨਿਕਲ ਗਈ। ਕਿਉਂਕਿ ਇਹ ਕਿਤੇ ਨਹੀਂ ਤੁਸੀਂ ਦੇਖਿਆ ਹੋਣਾ ਕਿ ਇਸ ਤਰ੍ਹਾਂ ਦੀ ਪੁਲਿਸ ਤੇ ਤੁਸੀਂ ਅਟੈਕ ਕਰੋ ਔਰ ਪੁਲਿਸ ਫੇਰ ਵੀ ਸਿਰਫ ਹੱਥਾਂ ਦੇ ਨਾਲ, ਲਾਠੀ ਦੇ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇ ਔਰ ਗੋਲੀ ਨਾ ਚਲਾਵੇ। ਉਹਦੇ ਚੋਂ ਮੋਰਲ ਅਥਾਰਟੀ ਜਿਹੜੀ ਸੀ ਉਹ ਸੈਂਟਰ ਵੱਲ ਚਲੀ ਗਈ। ਉਹਨਾਂ ਨੇ ਕਿਹਾ ਕਿ ਦੇਖੋ ਇਹ ਜ਼ਾਤੀ ਕਰ ਰਹੇ ਨੇ ਜਿਹੜੇ ਬੰਦੇ ਅੰਦਰ ਆਏ ਹੈ, ਪੁਲਿਸ ਨੇ ਜ਼ਾਤੀ ਨਹੀਂ ਕੀਤੀ। ਤੋ ਇਸ ਕਰਕੇ ਹੁਣ ਉਹਦਾ ਜਿਹੜਾ ਫਾਇਦਾ ਹੈ ਉਹ ਇਸ ਵੇਲੇ ਕੇਂਦਰ ਨੂੰ ਉਠਾਉਣਾ ਚਾਹੀਦਾ ਹੈ। ਉਹਦਾ ਫਾਇਦਾ ਇਸ ਤਰੀਕੇ ਨਾਲ ਨਹੀਂ ਉਠਾਉਣਾ ਚਾਹੀਦਾ ਕਿ ਇਹਨਾਂ ਨੂੰ ਤਿੱਤਰ ਬਿੱਤਰ ਕਰੀਏ, ਅਰੈਸਟ ਕਰ ਲਈਏ, ਇਹਨਾਂ ਨੂੰ ਤੋੜ ਭੰਨ ਕਰੀਏ ਜਿਹੜੇ ਬੰਦੇ ਬੈਠੇ ਹੈ। ਇਹਨਾਂ ਨਾਲ ਇਹ ਰਸਤਾ ਖੁੱਲ ਗਿਆ ਗੱਲਬਾਤ ਦਾ। ਔਰ ਜਦ ਤੁਸੀਂ ਉੱਪਰਲੀ ਜਗ੍ਹਾ ਹੁੰਦੇ ਹੋ, ਤੁਸੀਂ ਸਟਰੋਂਗ ਪੋਜੀਸ਼ਨ 'ਚ ਹੁੰਦੇ ਹੋ, ਤਾਂ ਉਸ ਵੇਲੇ ਜੇ ਗੱਲ ਕਰਦੇ ਹੋ ਤਾਂ ਉਹ ਚੰਗਾ ਲੱਗਦਾ ਹੈ। ਜੇ ਉਸ ਵੇਲੇ ਤੁਸੀਂ ਗੱਲ ਕਰੋਗੇ, ਜੇ ਤੁਸੀਂ ਇਹ ਸਮਝੋਗੇ ਕਿ ਕਿਸਾਨ ਕਿਉਂਕਿ ਦਬਾਅ 'ਚ ਹੈ, ਉਹ ਪੰਜਾਬ ਦਾ ਕਿਸਾਨ ਦਬਾਅ 'ਚ ਆ ਕੇ ਗੱਲ ਨਹੀਂ ਕਰੇਗਾ, ਉਹ ਹੋਰ ਭੜਕੇਗਾ। ਔਰ ਇਹ ਤਾਸੀਰ ਇਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਇਹ ਹਿਸਟਰੀ ਹੈ ਇੱਥੋਂ ਦੀ, ਸਾਰੇ ਕਿਸਾਨਾਂ ਦੀ ਹਿਸਟਰੀ ਹੈ, ਪਰ ਪੰਜਾਬ ਦੇ ਕਿਸਾਨਾਂ ਦੀ ਤਾਂ ਹੈ ਹੀ ਹੈ ਕਿ ਜੇ ਤੁਸੀਂ ਉਹਦੇ ਨਾਲ ਧੱਕਾ ਕਰੋਗੇ ਤਾਂ ਫਿਰ ਉਹ ਨਹੀਂ ਮੰਨੇਗਾ, ਜ਼ਿੱਦੀ ਹੋ ਜਾਏਗਾ ਔਰ ਉਹ ਬਗਾਵਤ ਕਰੇਗਾ। ਜੀ, ਇੱਥੇ ਇੱਕ ਸਵਾਲ ਹੋਰ ਆ, ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਨੂੰ ਤੁਸੀਂ ਦਬਾ ਕੇ ਜਿੰਨੀ ਵਾਰੀ ਦੇਖਿਆ ਉਹ ਓਨਾ ਹੀ ਉਬਲਦਾ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਕਾਂਗਰਸ ਪਾਰਟੀ ਨੇ ਔਰ ਗਾਂਧੀ ਪਰਿਵਾਰ ਨੇ ਨੁਕਸਾਨ ਉਠਾਇਆ। 84 ਤੋਂ ਬਾਅਦ ਜੇਕਰ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਤੇ ਇਹ ਦੇਖਿਆ ਜਾਵੇ ਕਿ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਵੀ ਅੱਜ ਰਸਾਤਲ ਵੱਲ ਗਈ ਹੈ। ਇੰਦਰਾ ਗਾਂਧੀ ਤੋਂ ਬਾਅਦ ਲੀਡਰਸ਼ਿਪ ਸੰਕਟ ਗਹਿਰਾ ਹੀ ਗਹਿਰਾ ਹੁੰਦਾ ਗਿਆ। ਅੱਜ ਦੇ ਦਿਨ 'ਚ ਜਦੋਂ ਸਰ ਅਸੀਂ ਦੇਖਦੇ ਹਾਂ ਕਿ ਬਹੁਗਿਣਤੀ ਸਾਡੇ ਲੋਕ ਭਾਵੁਕਤਾ ਦੀ ਪੱਧਰ ਤੇ ਗੱਲ ਕਰਦੇ ਆ, ਮੈਨੂੰ ਵੀ ਪਤਾ ਮੈਨੂੰ ਟਰੋਲ ਕੀਤਾ ਜਾਊਗਾ ਜਾਂ ਟਾਰਗੇਟ ਕੀਤਾ ਜਾਊਗਾ, ਲੇਕਿਨ ਮੈਨੂੰ ਇੰਜ ਲੱਗਦਾ ਕਿ ਮੈਂ ਇਤਿਹਾਸਕ ਹਵਾਲਿਆਂ ਨਾਲ ਜਦੋਂ ਹੀ ਦੇਖਦਾ ਤੇ ਕੋਈ ਗਵਰਨਮੈਂਟ ਦੁਨੀਆ ਭਰ ਦੇ ਵਿੱਚ ਆਪਣਾ ਅਕਸ ਨਹੀਂ ਵਿਗੜਨ ਦੇਣਾ ਚਾਹੁੰਦੀ। ਕੋਈ ਵੀ ਸਰਕਾਰ ਭਾਵੇਂ ਕਿੰਨੀ ਵੀ ਨਕੰਮੀ ਤੇ ਨਖਿੱਧ ਹੋਵੇ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਅਕਸ ਬਚਿਆ ਰਵੇ। ਕਈ ਲੋਕ ਕਹਿੰਦੇ ਆ ਕਿ ਜਿਹੜਾ ਇਹ ਲਾਲ ਕਿਲੇ ਵਾਲੀ ਸਾਰੀ ਦੀ ਸਾਰੀ ਘਟਨਾ ਹੈ, ਇਹਦੇ ਵਿੱਚ ਕੇਂਦਰ ਨੇ ਖੁੱਲ੍ਹ ਦਿੱਤੀ ਪੂਰੀ ਤਰ੍ਹਾਂ, ਲੇਕਿਨ ਦੂਜਾ ਪਹਿਲੂ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਕੇਂਦਰ ਕੋਈ ਨੁਕਸਾਨ ਜਾਨੀ ਨਹੀਂ ਸੀ ਕਰਨਾ ਚਾਹੁੰਦਾ। ਭਾਜਪਾ ਦੀ ਇਹ ਲੀਡਰਸ਼ਿਪ ਸਮਝਦੀ ਰਹੀ ਕਿ ਨੁਕਸਾਨ ਹੋਊਗਾ ਤੇ ਇਹਦਾ ਇੰਟਰਨੈਸ਼ਨਲ ਲੈਵਲ ਤੇ ਜਵਾਬ ਦੇਣਾ ਬਹੁਤ ਔਖਾ ਹੋਊਗਾ। ਗੋਲੀ ਵਾਲੀ ਗੱਲ ਤੁਹਾਡੀ ਬਹੁਤ ਆਸਾਨ ਸੀ ਕਿ ਜਦੋਂ ਬਹੁਤ ਸਾਰੇ ਲੋਕ ਇਸ ਧਰੋਹਰ ਦੇ ਉੱਤੇ ਸੀਗੇ
ਤੇ ਕੋਈ ਵੀ ਵੱਡਾ ਘੱਲੂ ਘਾਰਾ ਵਾਪਰ ਸਕਦਾ ਸੀ। ਜੇਕਰ ਉਦੋਂ ਉਹਨਾਂ ਨੇ ਜ਼ਿੰਮੇਵਾਰੀ ਤੋਂ ਕੰਮ ਲੈ ਲਿਆ, ਮੈਂ ਇਹ ਸਵਾਲ ਕਰ ਰਿਹਾ ਜੀ, ਇਹ ਮੇਰੇ ਤੌਖਲੇ ਨੇ, ਜੇ ਜ਼ਿੰਮੇਵਾਰੀ ਤੋਂ ਕੰਮ ਉਹਨਾਂ ਲੈ ਲਿਆ, ਹੁਣ ਇਸ ਟਕਰਾਅ ਨੂੰ ਅੱਗੇ ਵਧਾਉਣ ਦੀ ਬਜਾਏ ਜੇ ਉਦੋਂ ਵੱਡਾ ਦਿਲ ਦਿਖਾਇਆ ਤੇ ਹੁਣ ਵੀ ਦਿਖਾਉਂਦੇ, ਗੱਲਬਾਤ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਦੇ, ਰਾਜੇਵਾਲ ਸਮੇਤ ਉਹਨਾਂ ਦੇ ਲੋਕਾਂ ਨੂੰ ਕਹਿੰਦੇ ਟੇਬਲ ਤੇ ਆ ਜਾਓ, ਜੇ ਤੁਹਾਡੀ ਗਲਤੀ ਨਹੀਂ, ਤੁਹਾਡੇ ਤੋਂ ਲੋਕ ਬਾਹਰੇ ਹੋ ਗਏ ਆ, ਤੁਸੀਂ ਸਾਡੇ ਨਾਲ ਗੱਲਬਾਤ ਤੁਰੰਤ ਸ਼ੁਰੂ ਕਰੋ। ਤੁਹਾਨੂੰ ਲੱਗਦਾ ਕਿ ਜੇਕਰ ਹੁਣ ਇਹ ਪੋਲਰਾਈਜੇਸ਼ਨ, ਧਰੁਵੀਕਰਨ ਬਾਅਦ ਚ ਵੀ ਕੀਤਾ ਜਾਂਦਾ ਤੇ ਉਨਾ ਹੀ ਨੁਕਸਾਨਦਾਇਕ ਹੈ ਜਿੰਨਾ ਪਹਿਲਾਂ ਨੁਕਸਾਨ ਹੋਇਆ? ਸਰਕਾਰ ਇਸ ਵੇਲੇ ਫਰੰਟ ਫੁੱਟ ਤੇ ਆਵੇ, ਲੜਾਈ ਚ ਪੈਣ ਦੀ ਬਜਾਏ ਇਹਨਾਂ ਨੂੰ ਟੇਬਲ ਤੱਕ ਲਿਆਉਣ ਦੀ ਕੋਸ਼ਿਸ਼ ਕਰੇ ਤੇ ਲੋਕਾਂ ਨੂੰ ਸ਼ਾਂਤ ਕਰੇ, ਉਹਦੀ ਜ਼ਿੰਮੇਵਾਰੀ ਬਣਦੀ। ਤੁਹਾਨੂੰ ਕੀ ਲੱਗਦਾ? ਦੇਖੋ, ਇੱਕ ਵਾਰ ਤਾਂ ਉਹ ਕਾਰਵਾਈ ਕਰਨਗੇ, ਕਿਉਂਕਿ ਨਹੀਂ ਉਹਨਾਂ ਤੇ ਇਹ ਆਂਦਾ ਹੈ, ਕਿਉਂਕਿ ਬੀਜੇਪੀ ਕਹਿੰਦੀ ਹੈ ਅਸੀਂ ਬੜੇ ਨੈਸ਼ਨਲ ਸਿਕਿਉਰਿਟੀ, ਬੜੀ ਅਸੀਂ ਸਰਕਾਰ ਐਸੀ ਹੈ ਜਿਹੜੀ ਅਸੀਂ ਪਾਕਿਸਤਾਨ ਤੇ ਵੀ ਅਟੈਕ ਕਰ ਦਾਂਗੇ, ਅਸੀਂ ਬੰਬ ਵੀ ਮਾਰਦੇ ਹਾਂ। ਤਾਂ ਇਹ ਮੰਨਿਆ ਜਾਵੇ ਕਿ ਉਹ ਜਦ ਉਹਨਾਂ ਨੂੰ ਚੇਤਾਵਨੀ ਆਉਂਦੀ ਹੈ ਤਾਂ ਉਹ ਪਿੱਛੇ ਹਟ ਰਹੇ ਨੇ। ਤਾਂ ਇਸ ਕਰਕੇ ਉਹ ਇੱਕ ਵਾਰ ਕਾਰਵਾਈ ਤਾਂ ਉਹ ਪੂਰੀ ਕਰਨਗੇ, ਕਿਉਂਕਿ ਉਹ ਕਹਿਣਗੇ ਪਬਲਿਕ ਓਪੀਨੀਅਨ, ਜਿਹੜਾ ਬਾਕੀ ਹਿੰਦੁਸਤਾਨ ਦਾ ਪਬਲਿਕ ਓਪੀਨੀਅਨ ਹੈ, ਉਸ ਨੂੰ ਵੀ ਉਹਨਾਂ ਨੇ ਮਨ ਚ ਰੱਖਣਾ ਹੈ। ਔਰ ਦੂਜਾ, ਆਪੋਜੀਸ਼ਨ ਇਸ ਵੇਲੇ ਪਾਰਲੀਮੈਂਟ ਖੁੱਲ ਰਹੀ ਹੈ ਪਰਸੋਂ ਨੂੰ, ਪਾਰਲੀਮੈਂਟ 'ਚ ਇਹਨਾਂ ਤੇ ਅਟੈਕ ਹੋਣਾ ਹੈ, ਉਸ ਨੂੰ ਵੀ ਇਹਨਾਂ ਨੇ ਮਨ 'ਚ ਰੱਖ ਕੇ ਅੱਗੇ ਚੱਲਣਾ ਹੈ। ਸੋ ਇਸ ਕਰਕੇ ਗੱਲਬਾਤ ਜਿਹੜੀ ਹੈ, ਮੇਰਾ ਖਿਆਲ ਉਹ ਤਾਂ ਹੁਣ ਪਾਰਲੀਮੈਂਟ ਦੇ ਬਾਅਦ ਹੀ ਹੋਏਗੀ। ਉਹ ਪਾਰਲੀਮੈਂਟ ਜਦ ਤਾਈਂ ਚੱਲੇਗੀ, ਇੱਕ ਪਾਸੇ ਆਪੋਜੀਸ਼ਨ ਦਾ ਅਟੈਕ ਜਿਹੜਾ ਉੱਥੇ ਆਏਗਾ ਉਹਨੂੰ ਸਹਾਰੇਗੀ ਸਰਕਾਰ। ਉਹਨਾਂ ਨੂੰ ਵੀ ਕਹਿਣਗੇ ਕਿ ਦੇਖੋ ਆ ਅਸੀਂ ਕਾਰਵਾਈ ਕੀਤੀ ਹੈ, ਸਾਡੀ ਤਾਂ ਕੋਈ ਗਲਤੀ ਨਹੀਂ, ਗਲਤੀ ਇਹਨਾਂ ਦੀ ਹੈ। ਉਹਨਾਂ ਕੋਲ ਇਸ ਚੀਜ਼ ਦੀ ਡਿਫੈਂਸ ਹੀ ਇਹ ਹੈਗੀ ਹੈ ਕਿ ਅਸੀਂ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਹਾਂ, ਇਹਨਾਂ ਨੇ ਪਹਿਲ ਕੀਤੀ, ਇਹਨਾਂ ਨੂੰ ਅਸੀਂ ਟਰੈਕਟਰ ਰੈਲੀ ਵੀ ਕਰਨ ਦਿੱਤੀ, ਇਹ ਆਪਣੇ ਸਾਰੀਆਂ ਸਰਹੱਦਾਂ ਤੋੜ ਕੇ ਇਹ ਅੱਗੇ ਤੇ ਅੱਗੇ ਆ ਕੇ ਲਾਲ ਕਿਲੇ ਤਾਈਂ ਪਹੁੰਚ ਗਏ। ਹੁਣ ਇਸ ਗੱਲ ਦਾ ਆਪੋਜੀਸ਼ਨ ਕੋਲ ਵੀ ਕੋਈ ਜਵਾਬ ਨਹੀਂ ਹੋਣਾ। ਆਪੋਜੀਸ਼ਨ ਵੀ ਇਹੀ ਕਹਿ ਸਕਦੀ ਹੈ ਤੁਸੀਂ ਕਿਉਂ ਨਹੀਂ ਰੋਕਿਆ, ਤੁਹਾਡੇ ਮਿਲੇ ਹੋਏ ਬੰਦੇ ਸੀ, ਫੋਟੋਆਂ ਦਿਖਾਣਗੇ, ਉਹ ਦੀਪ ਸਿੱਧੂ ਵਗੈਰਾ ਦੀਆਂ ਤੁਹਾਡੇ ਨਾਲ ਫੋਟੋਆਂ ਨੇ, ਲੇਕਿਨ ਉਹਦੇ ਇਲਾਵਾ ਇਸ ਚੀਜ਼ ਦਾ ਵੀ ਕੋਈ ਜਵਾਬ ਨਹੀਂ ਹੋਏਗਾ। ਤਾਂ ਜਦ ਤਾਈਂ ਇਹ ਮੇਰੇ ਖਿਆਲ ਪਾਰਲੀਮੈਂਟ ਦਾ ਕੰਮ ਨਹੀਂ ਮੁੱਕ ਜਾਂਦਾ, ਉਦੋਂ ਤਾਈਂ ਇਹ ਕਿਸਾਨਾਂ ਨਾਲ ਮੈਨੂੰ ਨਹੀਂ ਲੱਗਦਾ ਇਹ ਗੱਲਬਾਤ ਦੁਬਾਰਾ ਛੇੜਨਗੇ। ਪਹਿਲਾਂ ਇਹ ਕੋਸ਼ਿਸ਼ ਕਰਨਗੇ ਦੇਖਣ ਦੀ ਕਿ ਬਾਕੀ ਦੇ ਕਿਸਾਨ ਇਹਨਾਂ ਨੂੰ ਛੱਡ ਗਏ ਨੇ ਕਿ ਨਹੀਂ, ਕਿੰਨੇ ਬੰਦੇ ਟੁੱਟ ਕੇ ਜਾਂਦੇ ਨੇ, ਕੀ ਹਰਿਆਣੇ ਦੇ ਕਿਸਾਨ ਇਹਨਾਂ ਨੂੰ ਛੱਡ ਗਏ, ਕਿ ਯੂਪੀ ਦੇ ਛੱਡ ਗਏ, ਰਾਜਸਥਾਨ ਦੇ ਛੱਡ ਗਏ, ਬਾਕੀ ਹਿੰਦੁਸਤਾਨ ਦੇ ਵਿੱਚੋਂ ਕੀ ਰਿਐਕਸ਼ਨ ਆਉਂਦਾ, ਉਹ ਇਸ ਚੀਜ਼ ਤੇ ਨਿਰਭਰ ਕਰੇਗਾ। ਜਿਹੜੀਆਂ ਜਥੇਬੰਦੀਆਂ ਹੁਣ ਅੰਦੋਲਨ ਚਲਾ ਰਹੀਆਂ, ਉਹ ਅਮਨ ਚੈਨ ਦੇ ਨਾਲ ਕਿੰਨੇ ਬੰਦੇ ਆਪਣੇ ਨਾਲ ਰੱਖ ਸਕਦੇ ਹੈ, ਔਰ ਦੁਬਾਰਾ ਆਪਣਾ ਜਿਹੜਾ ਮਨੋਬਲ ਹੈ, ਜਿਹੜਾ ਆਪਣਾ ਉਹਨਾਂ ਦਾ ਮੋਰਲ ਸਟੇਚਰ ਹੈ, ਉਹ ਕਿਵੇਂ ਰਿਸਟੋਰ ਕਰਨ। ਦੇਖੋ, ਗਾਂਧੀ ਜੀ ਸਾਰਿਆਂ ਤੋਂ ਵੱਡੇ ਜਿਹੜੇ ਡੈਮੋਨਸਟ੍ਰੇਸ਼ਨ ਕਰਕੇ ਜਿਨ੍ਹਾਂ ਨੇ ਇੱਕ ਅੰਗਰੇਜ਼ਾਂ ਨੂੰ ਹਰਾਇਆ, ਉਹਨਾਂ ਨੇ 2-3 ਵਾਰ ਆਪਣਾ ਜਿਹੜਾ ਅੰਦੋਲਨ ਸੀ ਵਾਪਸ ਲਿਆ। ਚੌਰਾਚਾਰੀ 'ਚ ਅੰਦੋਲਨ ਬੜੀ ਅੱਗ ਫੜ ਗਿਆ ਸੀ, ਬਹੁਤ ਵੱਧ ਰਿਹਾ ਸੀ, ਅੰਗਰੇਜ਼ ਜਿਹੜੇ ਸੀ ਬੈਕਫੁੱਟ ਤੇ ਚਲੇ ਗਏ ਸੀ। ਪਰ ਜਦ ਇੱਕ ਵਾਰ ਪੁਲਿਸ ਸਟੇਸ਼ਨ ਦੇ ਅੰਦਰ ਪੁਲਿਸਿਆਂ ਨੂੰ ਅੱਗ ਲਾ ਕੇ ਮਾਰਤਾ ਮੌਬ ਨੇ, ਗਾਂਧੀ ਜੀ ਨੇ ਇੱਕਦਮ ਵਾਪਸ ਲੈ ਲਿਆ। ਉਹਨਾਂ ਨਾਲ ਨਾਰਾਜ਼ ਵੀ ਹੋਏ ਦੂਜੇ ਲੀਡਰ, ਪੰਡਿਤ ਨਹਿਰੂ ਵਗੈਰਾ, ਉਹ ਕਹਿੰਦੇ ਇੰਨਾ ਜ਼ਿਆਦਾ ਇਹਨੇ ਅੰਦੋਲਨ ਨੇ ਸਪੀਡ ਫੜ ਲਈ ਹੈ ਔਰ ਤੁਸੀਂ ਇਹਨੂੰ ਵਾਪਸ ਲੈ ਰਹੇ ਹੋ। ਤਾਂ ਗਾਂਧੀ ਜੀ ਇਸ ਚੀਜ਼ ਨੂੰ ਸਮਝਦੇ ਸੀਗੇ ਕਿ ਜੇ ਅਮਨ ਚੈਨ ਤੋਂ ਬਾਹਰ ਚਲਾ ਜਾਏਗਾ, ਜਿਹੜੀ ਚੀਜ਼ ਮੈਂ ਉਦੋਂ ਵੀ ਕਹਿ ਰਿਹਾ ਸੀ, ਫਿਰ ਜਿਹੜੀ ਸਟੇਟ ਹੈ ਉਹਦੇ ਕੋਲ ਜਿਹੜੀ ਸ਼ਕਤੀ ਹੈ ਉਹਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਜਾਏਗੀ। ਉਹ ਜਦ ਸ਼ਕਤੀ ਇਸਤੇਮਾਲ ਕਰੇਗੀ ਤਾਂ ਕੋਈ ਵੀ ਸ਼ਕਤੀ ਦੁਨੀਆ ਦੀ, ਕੋਈ ਵੀ ਆਪੋਜੀਸ਼ਨ ਪਾਰਟੀ ਨਹੀਂ ਕਹਿ ਸਕਦੀ ਤੁਸੀਂ ਅਮਨ ਚੈਨ ਮੇਨਟੇਨ ਕਰਨ ਲਈ ਕਿਉਂ ਸ਼ਕਤੀ ਵਰਤੀ। ਸੋ ਇਸ ਕਰਕੇ ਉਹ ਜਿਹੜਾ ਮੋਰਲ ਸਟਰੈਂਥ ਆ ਉਹ ਇਸ ਵੇਲੇ ਸਰਕਾਰ, ਕੇਂਦਰ ਸਰਕਾਰ ਕੋਲ ਚਲਾ ਗਿਆ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜੀ ਕਿਸਾਨੀ ਅੰਦੋਲਨ ਦੀ ਖੂਬਸੂਰਤੀ ਸੀ ਉਹਦੇ ਤੇ ਧੱਬਾ ਲੱਗਿਆ। ਹੁਣ ਇਹਦੇ ਤੋਂ ਅਗਲਾ ਸਵਾਲ ਇਹ ਹੈ ਸਰ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਤੁਰੰਤ ਪ੍ਰਭਾਵ ਨਾਲ ਜਿਹੜਾ ਪਾਰਲੀਮੈਂਟ ਮਾਰਚ ਸੀਗਾ, ਸੰਸਦ ਵੱਲ ਮਾਰਚ ਸੀ, ਉਹਨੂੰ ਵਾਪਸ ਲੈ ਲਿਆ ਤੇ ਬਹੁਤ ਵੱਡਾ ਕੋਈ ਅੱਗੇ ਪ੍ਰੋਗਰਾਮ ਨਹੀਂ ਦਿੱਤਾ। ਜਿਹੜੇ ਲੋਕ, ਕਿਉਂਕਿ 26 ਜਨਵਰੀ ਇੱਕ ਉਹਨਾਂ ਲਈ ਬੜਾ ਆਦਰਸ਼ਕ ਦਿਨ ਸੀ ਕਿ ਅਸੀਂ ਟਰੈਕਟਰ ਮਾਰਚ ਕਰਨਾ, ਉਤਸ਼ਾਹ ਵੱਧਦਾ ਗਿਆ ਪੂਰੇ ਪੰਜਾਬ, ਹਰਿਆਣੇ 'ਚ ਲਗਾਤਾਰ ਅੱਗੇ ਵੱਧਦਾ ਗਿਆ, ਬਾਕੀ ਸਟੇਟਾਂ 'ਚ। ਹੁਣ ਅਗਲਾ ਪ੍ਰੋਗਰਾਮ ਕੋਈ ਬਹੁਤ ਤਿੱਖਾ ਨਹੀਂ ਦਿੱਤਾ ਗਿਆ, ਜਿਹੜਾ ਪ੍ਰੋਗਰਾਮ ਪਾਰਲੀਮੈਂਟ ਵਾਲਾ ਵਾਪਸ ਲੈਣ ਤੋਂ ਬਾਅਦ ਲੋਕਾਂ ਨੂੰ ਨਾਲ ਬਣਾਈ ਰੱਖਣਾ ਕਿ ਲੋਕ ਵਾਪਸ ਨਾ ਚਲੇ ਜਾਣ। ਕਿਸਾਨ ਜਥੇਬੰਦੀਆਂ ਇਸ ਤੋਂ ਅੱਗੇ ਕਿਹੋ ਜਿਹੀ ਦਿਸ਼ਾ 'ਚ ਜਾ ਸਕਦੀਆਂ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਵੀ ਸਰਵਾਈਵਲ ਦਾ ਸਵਾਲ ਹੈ ਔਰ ਉਹਨਾਂ ਦੇ ਸਾਹਮਣੇ ਇਸ ਅੰਦੋਲਨ ਨੂੰ ਉਸੇ ਹੀ ਤਰਜ਼ ਤੇ ਅੱਗੇ ਵਧਾਉਣ ਦਾ ਵੀ ਸਵਾਲ ਹੈ। ਇੱਕ ਪਾਸੇ ਲੋਕਾਂ ਦੇ ਅੰਦਰ ਥੋੜਾ ਜਿਹਾ ਭੈ ਵੀ ਹੋਊਗਾ
ਬੇਵਿਸ਼ਵਾਸੀ ਵੀ ਹੋਊਗੀ, ਨਵਾਂ ਪ੍ਰੋਗਰਾਮ ਵੀ ਸਾਹਮਣੇ ਕੋਈ ਨਜ਼ਰ ਨਹੀਂ ਆ ਰਿਹਾ ਹੋਊਗਾ, ਉਸ ਮੌਕੇ ਤੇ ਕਿਸਾਨ ਜਥੇਬੰਦੀਆਂ ਹੁਣ ਕੀ ਕਰਨਗੀਆਂ ਤੁਹਾਡੇ ਨਜ਼ਰੀਏ, ਜਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਪਹਿਲਾਂ ਤਾਂ ਸਰਕਾਰ ਦਾ ਬਜਟ ਆਉਣ ਵਾਲਾ ਹੈ। ਜੇ ਜੀ ਸਰਕਾਰ ਮੇਰੇ ਖਿਆਲ ਕੋਸ਼ਿਸ਼ ਕਰੇਗੀ ਕਿ ਐਗਰੀਕਲਚਰ ਚ ਕਿਸਾਨਾਂ ਨੂੰ ਕੁਛ ਨਾ ਕੁਛ ਉਹਦੇ ਚ ਅਨਾਉਂਸਮੈਂਟ ਆਏਗੀ, ਜੀ ਉਹ ਉਨੀ ਨਹੀਂ ਆਏਗੀ ਜਿਹਦੇ ਨਾਲ ਕਿ ਉਹ ਫਾਰਮ ਬਿੱਲ ਤਾਂ ਆਪਣੇ ਵਾਪਸ ਨਹੀਂ ਲੈਣ ਲੱਗੇ, ਲੇਕਿਨ ਉਸ ਚੀਜ਼ ਤੇ ਕੁਝ ਥੋੜਾ ਫੋਕਸ ਹੋਏਗਾ ਜੀ ਤਾਂ ਕਿ ਜਿਹੜੇ ਕਿਸਾਨ ਪੂਰੇ ਹਿੰਦੁਸਤਾਨ ਦੇ ਆ ਉਹ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ, ਉਹਨਾਂ ਦੇ ਥਰੂ ਨਾ ਉਹਨਾਂ ਦੇ ਰਸਤੇ ਗੱਲਬਾਤ ਨਾ ਕਰਨ। ਦੂਜਾ, ਜਿਵੇਂ ਮੈਂ ਕਿਹਾ, ਅਗਲੇ ਕੁਝ ਦਿਨਾਂ 'ਚ ਇਹਨਾਂ ਨੂੰ ਇਹ ਦਿਖਾਉਣਾ ਪਏਗਾ ਕਿ ਅਸੀਂ ਸਿਰਫ ਪੰਜਾਬ ਦੇ ਕਿਸਾਨ ਨਹੀਂ ਹੈ, ਹਰਿਆਣੇ ਦਾ ਕਿਸਾਨ ਵੀ ਹਲੇ ਸਾਡੇ ਨਾਲ ਹੈ, ਯੂਪੀ ਵਾਲਾ ਕਿਸਾਨ ਵੀ ਹੈ। ਜੇ ਇੱਕ ਤੋਂ ਧੜੇਬੰਦੀਆਂ ਚਲੀਆਂ ਗਈਆਂ, ਕੋਈ ਗੱਲ ਨਹੀਂ, ਇਹ ਵੋਲੰਟਰੀ ਹੈ, ਇਹਦੇ 'ਚ ਕੋਈ ਜ਼ਬਰਦਸਤੀ ਤਾਂ ਹੈ ਨਹੀਂ। ਜਿਹੜਾ ਬੰਦਾ ਮਹਿਸੂਸ ਕਰਦਾ ਕਿਸਾਨਾਂ ਨਾਲ ਧੱਕਾ ਹੋ ਰਿਹਾ, ਉਹ ਸਾਡੇ ਨਾਲ ਹੈ। ਉਹ ਅਗਲੇ 2-4 ਦਿਨ ਜਿੰਨਾ ਚਿਰ ਪਾਰਲੀਮੈਂਟ ਚੱਲਦੀ ਹੈ, ਹੁਣ ਜਿਹੜਾ ਫੋਕਸ ਹੈ ਉਹ ਪਾਰਲੀਮੈਂਟ ਤੇ ਚਲਾ ਜਾਏਗਾ। ਉੱਥੇ ਸ਼ੋਰ ਮਚਾਏਗੀ ਆਪੋਜੀਸ਼ਨ, ਉੱਥੇ ਕੀ ਅਨਾਉਂਸ ਹੁੰਦਾ ਹੈ, ਬਜਟ 'ਚ ਕੀ ਆਉਂਦਾ ਹੈ, ਇਹ ਗੱਲ ਹੁਣ 5-7 ਦਿਨ ਚਲੀ ਗਈ। ਪੁਲਿਸ ਤਦ ਤਾਂ ਹੀ ਕਾਰਵਾਈ ਕਰੇਗੀ, ਉਹ ਕੋਸ਼ਿਸ਼ ਕਰਨਗੇ ਲੀਡਰਾਂ ਨੂੰ ਫੜਨ। ਹੋ ਸਕਦਾ ਇਹਨਾਂ ਦੇ ਲੀਡਰਾਂ ਨੂੰ 72 ਘੰਟੇ ਦਿੱਤੇ, ਤੁਸੀਂ ਜਵਾਬ ਦਿਓ। ਇਹਨਾਂ ਨੇ ਕਾਗਜ਼ੀ ਕਾਰਵਾਈ, ਪੁਲਿਸ ਦੀ ਕਾਰਵਾਈ 'ਚ ਲਗਾ ਲੈਣਾ ਜੀ। ਇਹ ਉਧਰ ਬਿਜ਼ੀ ਹੋ ਜਾਣੇ ਆ। ਹੁਣ ਅੰਦੋਲਨ ਤੁਸੀਂ ਕਿਵੇਂ ਚਲਾਓਗੇ ਜੇ ਤੁਹਾਡੇ ਲੀਡਰ ਉਧਰ ਬਿਜ਼ੀ ਹੋ ਗਏ, ਪੁਲਿਸ ਦੀਆਂ ਚਿੱਠੀਆਂ ਦਾ ਜਵਾਬ ਦੇਣਗੇ, ਉਧਰ ਫੋਕਸ ਪਾਰਲੀਮੈਂਟ ਤੇ ਚਲਾ ਗਿਆ? ਤਾਂ ਇਹ ਧੜੇਬੰਦੀਆਂ ਨੂੰ ਸੋਚਣਾ ਪਏਗਾ, ਕਿਉਂਕਿ ਇਹ ਵੀ ਪਹਿਲਾਂ ਮੱਖੀ ਨਹੀਂ ਸੀ ਨਾ ਆਪਣੇ ਤੇ ਬੈਠਣ ਦਿੰਦੇ। ਕੋਈ ਬੰਦਾ ਜਾਂਦਾ ਨਾ, ਤੈਨੂੰ ਨਹੀਂ ਮੈਂ ਸਟੇਜ ਦੇਣੀ, ਤੂੰ ਨਹੀਂ ਬੋਲਣਾ, ਗੱਲ ਠੀਕ ਹੈ। ਇਹਨਾਂ ਨੂੰ ਆਪਣੀ ਚੈਨਲ ਪੋਲੀਟੀਸ਼ੀਅਨ ਦੇ ਨਾਲ ਖੁੱਲੀ ਰੱਖਣੀ ਚਾਹੀਦੀ ਸੀ। ਇਹ ਕਹਿਣਾ ਕਿ ਪੋਲੀਟੀਸ਼ੀਅਨ ਬਿਲਕੁਲ ਨਿਕੰਮੇ ਹੈ, ਅਸੀਂ ਉਹ ਹੀ ਸਾਰਾ ਕੁਝ ਕਰਾਂਗੇ। ਹੁਣ ਪੋਲੀਟੀਸ਼ੀਅਨ ਵੀ ਕਹਿੰਦੇ ਉਹਨੇ ਕਰਕੇ ਦੇਖ ਲਿਆ। ਤੁਸੀਂ ਪੋਲੀਟੀਸ਼ੀਅਨ ਜਿਹੜਾ ਹੁੰਦਾ ਹੈ, ਉਹ ਜਿਹੜੇ ਪੁਲ ਸੀ ਪੋਲੀਟੀਸ਼ੀਅਨਾਂ ਦੇ ਨਾਲ, ਉਹ ਖੁੱਲੇ ਰੱਖਣੇ ਚਾਹੀਦੇ ਸੀ। ਇਹਨਾਂ ਨੂੰ ਅੰਦੋਲਨ ਨਹੀਂ ਇਕੱਲਾ ਚੱਲ ਸਕਦਾ। ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰੈਸ਼ਰ ਬਿਲਟ ਹੋਣਾ ਸੀ, ਜੇ ਵੱਖ-ਵੱਖ ਵਿਚਾਰਧਾਰਾਵਾਂ ਦੇ ਸਿਆਸਤਦਾਨ ਵੱਖ-ਵੱਖ ਬਾਹਰੋਂ ਤਰੀਕੇ ਨਾਲ ਮਦਦ ਤੇ ਉਤਰ ਆਉਂਦੇ, ਸਰਕਾਰ ਨੂੰ ਘੇਰਦੇ, ਔਰ ਬਹੁਤ ਸੌਖਾ ਹੁੰਦਾ ਹੈ ਜਦੋਂ ਕਿਸੇ ਇੱਕ ਮੈਂਬਰ ਪਾਰਲੀਮੈਂਟ ਦਾ ਉਹਦਾ ਵਿਰੋਧੀ ਜਿਹੜਾ ਉਹਦੇ ਹਲਕੇ ਦੇ ਵਿੱਚ ਜਿਹੜਾ ਹਰਿਆ ਹੁੰਦਾ ਹੈ, ਜਾਂ ਕੋਈ ਹੋਰ ਪਾਰਟੀਆਂ ਦੇ ਵੱਡੇ ਆਗੂ, ਜਦੋਂ ਉਹ ਮੁਹਿੰਮ 'ਚ ਸ਼ਾਮਲ ਹੋ ਜਾਂਦੇ ਆ, ਤੇ ਮੇਰਾ ਖਿਆਲ ਉਦੋਂ ਸਾਰਿਆਂ ਲਈ ਬਹੁਤ ਔਖਾ ਹੋ ਜਾਂਦਾ। ਇੱਕ ਸਵਾਲ ਜਿਹੜਾ ਮੈਨੂੰ ਲੱਗਦਾ, ਜੇ ਉਹ ਤੁਸੀਂ ਜਵਾਬ ਦੇ ਸਕੋ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਪੰਜਾਬ ਦੇ ਸਿਆਸੀ ਲੀਡਰਸ ਨੂੰ ਪਾਸੇ ਰੱਖਦੇ ਰੱਖਦੇ ਬਾਕੀ ਦੇਸ਼ ਦੇ ਲੀਡਰਸ ਨੂੰ ਵੀ ਪਾਸੇ ਕਰ ਗਏ। ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਮੇਸ਼ਾ ਮਲਾਈ ਲਾ ਕੇ ਲੈ ਜਾਂਦੇ ਰਹੇ, ਇਹ ਸਭ ਦਾ ਫਿਕਰ ਰਿਹਾ, ਔਰ ਉਹਨਾਂ ਦੀ ਕ੍ਰੈਡੀਬਿਲਿਟੀ ਵੀ ਨਿਮਨ ਪੱਧਰ ਤੱਕ ਚਲੇ ਗਈ ਸੀ। ਸੋ ਪੰਜਾਬ ਦੇ ਜਿਹੜੇ ਕਿਸਾਨ ਆਗੂ ਸੀ ਜਥੇਬੰਦੀਆਂ ਦੇ, ਉਹਨਾਂ ਨੇ ਇਹਨਾਂ ਲੀਡਰਸ਼ਿਪ ਨੂੰ ਪਾਸੇ ਕਰਦਿਆਂ ਬਾਕੀ ਦੇਸ਼ ਦੀ ਲੀਡਰਸ਼ਿਪ ਨਾਲੋਂ ਵੀ ਨਾਤਾ ਤੋੜ ਲਿਆ। ਤੁਹਾਨੂੰ ਲੱਗਦਾ ਇਸੇ ਦਿਸ਼ਾ 'ਚ ਗਏ ਅਸੀਂ? ਦੇਖੋ, ਇਹ ਜ਼ਰੂਰੀ ਹੁੰਦਾ। ਜੇ ਤੁਸੀਂ ਸੜਕ ਤੋਂ ਅੰਦੋਲਨ ਚਲਾ ਰਹੇ ਹੋ, ਉਹ ਅੰਦੋਲਨ ਨੂੰ ਕਿਸੇ ਨਾ ਕਿਸੇ ਲੈਵਲ ਤੇ ਦੂਜੀਆਂ ਸਟੇਟਾਂ ਨਾਲ, ਆਪੋਜੀਸ਼ਨ ਨਾਲ, ਪਾਰਲੀਮੈਂਟ ਨਾਲ, ਨੈਸ਼ਨਲ ਪੋਲਿਟਿਕਸ ਨਾਲ ਜੋੜਨਾ ਪਏਗਾ ਨਾ। ਜੇ ਤੁਸੀਂ ਮੁਖਾਲਫਤ ਕਰਨੀ ਹੈ ਇਸ ਵੇਲੇ ਕੇਂਦਰ ਸਰਕਾਰ ਦੀ, ਕੱਲੀ ਤੁਸੀਂ ਸੜਕ ਤੋਂ ਨਹੀਂ ਕਰ ਸਕਦੇ। 2 ਹਫ਼ਤੇ ਕੀਤਾ, 4 ਹਫ਼ਤੇ ਕੀਤਾ, 8 ਹਫ਼ਤੇ ਕੀਤਾ, ਫਿਰ ਤੁਹਾਡੇ ਜਿਵੇਂ ਤੁਸੀਂ ਕਿਹਾ ਉਹ ਸਟੇਜ ਤੇ ਫਿਰ ਜਿਹੜਾ ਖੜਕੂ, ਜਿਹੜਾ ਜ਼ਿਆਦਾ ਪ੍ਰਭਾਵਸ਼ਾਲੀ ਉਹ ਹੋ ਜਾਂਦਾ ਹੈ, ਜਿਹੜਾ ਕਹੇਗਾ ਨਹੀਂ ਆਪਾਂ ਲੜਾਈ ਕਰਨੀ ਹੈ, ਆਪਾਂ ਇਸ ਵੇਲੇ ਚੜਾਓ ਕਰਨਾ ਦਿੱਲੀ ਦੇ ਉੱਤੇ। ਫਿਰ ਤੁਹਾਡੇ ਹੱਥੋਂ ਗੱਲਬਾਤ ਨਿਕਲ ਜਾਏਗੀ 2 ਮਹੀਨੇ ਬਾਅਦ, ਜਦ ਤਾਈਂ ਤੁਸੀਂ ਕੋਈ ਨਵੀਂ ਉਹਨੂੰ ਡਾਇਰੈਕਸ਼ਨ ਦੇ। ਅੱਗੇ ਵੀ ਦੇਖੋ ਸੰਤ ਫਤਿਹ ਸਿੰਘ ਜਾਂ ਦੂਜੇ ਕਿੰਨਾ ਚਿਰ ਚੱਲਦਾ ਸੀ, ਉਹਨਾਂ ਦਾ ਜਿਹੜਾ ਵਰਤ ਰੱਖਦੇ ਸੀਗੇ, ਉਹ ਕਿੰਨਾ ਚਿਰ ਚੱਲਦਾ ਸੀ। ਉਹਦੇ ਬਾਅਦ ਫਿਰ ਲੋਕ ਤੰਗ ਆ ਜਾਂਦੇ ਸੀ। ਉਹ ਕਹਿੰਦੇ ਇਹਦਾ ਕੋਈ ਰਸਤਾ ਵੀ ਹੋਣਾ ਚਾਹੀਦਾ ਨਾ ਹਰੇਕ ਚੀਜ਼ ਦੀ। ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ, ਕੋਈ ਐਂਡ ਗੇਮ ਹੋਣੀ ਚਾਹੀਦੀ ਹੈ। ਜਦ ਤੁਸੀਂ ਅੰਦੋਲਨ ਕਰਦੇ ਹੋ, ਐਂਡ ਗੇਮ ਕੀ ਹੈ? ਗਾਂਧੀ ਜੀ ਅੰਦੋਲਨ ਕਰਦੇ ਸੀ, ਐਂਡ ਗੇਮ ਸੀਗਾ ਕਿ ਆਜ਼ਾਦੀ ਲੈਣੀ ਹੈ। ਉਹ ਰੁਕ ਜਾਂਦੇ ਸੀ, ਫੇਰ ਸ਼ੁਰੂ ਕਰ ਲੈਂਦੇ ਸੀ। ਹੁਣ ਇਸ ਕਰਕੇ ਕਈ ਵਾਰ ਇਹ ਕੋਈ ਸੈਟਬੈਕ ਨਹੀਂ ਹੋਏਗਾ, ਕਿਉਂਕਿ ਇਹਨਾਂ ਦਾ ਅੰਦੋਲਨ ਨੂੰ ਇੱਕ ਗਲਤ ਸ਼ਕਲ ਦਿੱਤੀ ਗਈ ਹੈ ਪਰਸੋਂ ਕੁਝ ਬੰਦਿਆਂ ਨੇ। ਕੋਈ ਇਹਦੇ 'ਚ ਗਲਤ ਗੱਲ ਨਹੀਂ ਜੇ ਕਹਿਣ ਅਸੀਂ ਅੰਦੋਲਨ ਨਹੀਂ ਅੱਗੇ ਵੱਧਦਾ, ਜੇ ਵਾਪਸ ਵੀ ਲੈਂਦੇ ਤਾਂ ਹਾਰ ਥੋੜੀ ਹੋ ਗਈ। ਇਸ ਵੇਲੇ ਆਪੋਜੀਸ਼ਨ ਲੜ ਰਹੀ ਹੈ ਲੜਾਈ। ਇਹ ਲੜਾਈ ਫਿਰ ਵੈਸਟ ਬੰਗਾਲ 'ਚ ਇਲੈਕਸ਼ਨ ਹੋਣੀ ਹੈ, ਇਹ ਉੱਥੇ ਜਾ ਕੇ ਕੈਂਪੇਨਿੰਗ ਕਰਨ। ਇਹ ਕਹਿੰਦੇ ਅਸੀਂ ਪੰਜਾਬ ਤੋਂ ਆਏ ਆ, ਤੁਹਾਨੂੰ ਦੱਸਦੇ ਹਾਂ ਸਾਡੇ ਕਿਸਾਨਾਂ ਦਾ ਕੀ ਹਾਲ ਕਰ ਰਹੀ ਹੈ ਯੂਨੀਅਨ ਗਵਰਨਮੈਂਟ। ਤਾਮਿਲਨਾਡੂ 'ਚ ਇਲੈਕਸ਼ਨ ਹੋਣੀ ਹੈ। ਇਹ ਲੀਡਰ ਆਪਣੀ ਇਹਨਾਂ ਨੂੰ ਲਿੰਕ ਰੱਖਣੇ ਪੈਣੇ ਆ। ਜੇ ਤੁਸੀਂ ਕਹੋ ਨਹੀਂ ਮੈਂ ਇਕੱਲਿਆਂ ਹੀ ਲੜਾਈ ਲੜਨੀ ਹੈ, ਮੈਂ ਸਿਰਫ ਜਿਵੇਂ ਪੁਰਾਣੇ ਬੰਦੇ ਆਉਂਦੇ ਸੀ GT ਰੋਡ ਤੇ ਆਉਂਗਾ ਮੈਂ ਜਦ ਤੱਕ ਕਿਲਾ ਨਹੀਂ ਫਤਿਹ,
ਉਹ ਫਿਰ ਉਹਦਾ ਐਂਡ ਰਿਜ਼ਲਟ ਨਹੀਂ ਹੋਏਗਾ। ਕੇਂਦਰ ਸਰਕਾਰ ਕੋਲ ਬੜੀ ਸ਼ਕਤੀ ਹੈ, ਕੇਂਦਰ ਸਰਕਾਰ ਕੋਲ ਬੜੇ ਯਤਨ ਨੇ, ਬੜੀ ਸ਼ਕਤੀ ਹੈ, ਕਈ ਪਾਸਿਓਂ ਉਹਨਾਂ ਨਾਲ ਗੱਲਬਾਤ ਨਾਲ ਹੋਰ ਪ੍ਰੈਸ਼ਰ ਦੇ ਥਰੂ ਤਾਂ ਸਰਕਾਰਾਂ ਮੰਨਦੀਆਂ ਹੁੰਦੀਆਂ। ਜੇ ਸਰਕਾਰਾਂ ਜ਼ਿੱਦ ਚ ਆ ਜਾਣ, ਨਹੀਂ ਮੰਨਦੀਆਂ, ਗਲਤ ਵੀ ਹੋਵੇ ਨਹੀਂ ਮੰਨਦੀ ਸਰਕਾਰ। ਜੀ ਮੈਂ ਸਰਦਾਰ ਸਾਹਿਬ ਇਹ ਸਮਝਦਾ ਹਾਂ, ਕੁਝ ਦੋਸਤ ਵੀ ਕਹਿ ਰਹੇ ਆ ਕਿ ਸਰਦਾਰ ਗਿਆਨ ਸਿੰਘ ਜ਼ਿਕਰ ਕਰ ਰਹੇ, ਕਹਿੰਦੇ ਜੀ ਇਹੋ ਜਿਹਾ ਇਕੱਠ ਦੁਬਾਰਾ ਹੋ ਨਹੀਂ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਵਾਪਸ ਲਿਆ ਜਾ ਸਕਦਾ। ਮੈਨੂੰ ਲੱਗਦਾ ਕਿ ਸ਼ਾਇਦ ਇਸ ਮੂਵਮੈਂਟ ਤੇ ਵਾਪਸ ਲੈਣ ਦਾ ਮਤਲਬ ਕਮਜ਼ੋਰੀ ਨਜ਼ਰ ਆਊਗਾ, ਜੋ ਕਿਸਾਨ ਜਥੇਬੰਦੀਆਂ ਦੇ ਲੀਡਰ ਮਹਿਸੂਸ ਕਰਦੇ ਹੋਣਗੇ, ਇਸ ਕਰਕੇ ਉਹਨਾਂ ਨੂੰ ਫੈਸਲਾ ਲੈਣ 'ਚ ਵੀ ਦਿੱਕਤ ਹੈ। ਲੇਕਿਨ ਦੂਜੇ ਬੰਨੇ ਇਸ ਮੌਕੇ ਤੇ ਜਦੋਂ ਸਰਕਾਰ, ਕਿਉਂਕਿ ਕੁਝ ਦਿਨ ਪਹਿਲਾਂ ਤੱਕ ਤਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਹੱਥ ਉੱਤੇ ਸੀ, ਅੰਦੋਲਨ ਦਾ ਦਬਾਅ ਸਰਕਾਰ ਤੇ ਬਹੁਤ ਜ਼ਿਆਦਾ ਸੀ, 2 ਦਿਨ ਦੇ ਵਿੱਚ ਜਿਹੜੀ ਤਸਵੀਰ ਬਦਲੀ ਆ, ਹੁਣ ਪਹਿਲੀ ਸਥਿਤੀ ਦੇ ਬਨਿਸਬਤ ਤੁਹਾਨੂੰ ਲੱਗਦਾ ਕਿ ਗਵਰਨਮੈਂਟ ਬੈਕਫੁੱਟ ਤੇ ਆਉਣਾ ਚਾਹੂਗੀ? ਜਿਹੜੇ ਕਾਨੂੰਨ ਵਾਪਸ ਲੈਣ ਦੀ ਗੱਲ ਜਾਂ ਰੱਦ ਕਰਨ ਦੀ, ਮੈਨੂੰ ਲੱਗਦਾ ਇੱਥੇ ਆ ਕੇ ਤੁਹਾਡਾ ਵਿਊ ਪੁਆਇੰਟ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਕੀ ਇਸ ਮੌਕੇ ਤੇ ਸਰਕਾਰ ਸੋਚ ਵੀ ਸਕਦੀ ਵਾਪਸ ਲੈਣ ਲਈ? ਮੈਨੂੰ ਲੱਗਦਾ ਕਿ ਹੁਣ ਸਗੋਂ ਅੱਗੇ ਨਾਲੋਂ ਉਹ ਸਖਤ ਹੋਏ ਹੋਣਗੇ ਤੇ ਇਹ ਅੰਦੋਲਨ ਜਿੰਨਾ ਚਿਰ ਆਪਣੀ ਤੀਬਰਤਾ ਨਹੀਂ ਦਿਖਾਉਂਦਾ, ਉਨੀ ਦੇਰ ਦੁਬਾਰਾ ਉਸ ਲੈਵਲ ਤੇ ਉਹ ਸੰਤੁਲਨ ਨਹੀਂ ਬਣ ਸਕਣਾ ਜਿਹੜਾ 3 ਦਿਨ ਪਹਿਲਾਂ ਤੱਕ ਗਵਰਨਮੈਂਟ ਤੇ ਪ੍ਰੈਸ਼ਰ ਸੀ ਕਿ ਕਿਸੇ ਪਾਸੇ ਲਾਈਏ ਮਕਾਈਏ। ਅੱਜ ਮੇਰੇ ਖਿਆਲ ਉਹਨਾਂ ਨੂੰ ਇਹਨੂੰ ਲਟਕਾਉਣ ਦੇ ਵਿੱਚ ਜ਼ਿਆਦਾ ਫਾਇਦਾ ਨਜ਼ਰ ਆਉਂਦਾ ਹੋਊਗਾ। ਤੁਹਾਡਾ ਵਿਊ ਪੁਆਇੰਟ ਸਰ? ਦੇਖੋ, ਇਸ ਵੇਲੇ ਕੇਂਦਰ ਸਰਕਾਰ ਦੀ ਟੰਗ ਉੱਪਰ ਹੈ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਕੁਝ ਧੜੇ ਇਹਨਾਂ ਨੂੰ ਛੱਡ ਗਏ ਨੇ, ਕੁਝ ਜਗ੍ਹਾ ਇਹ ਲੋਕਲ ਜਿਹੜੇ ਬੰਦੇ ਨੇ ਹਰਿਆਣੇ ਦੇ, ਉਹਨਾਂ ਤੋਂ ਅੰਦੋਲਨ ਕਰਾਣੇ, ਤੁਸੀਂ ਖਾਲੀ ਕਰੋ, ਸੜਕ ਖਾਲੀ ਕਰੋ, ਉਹਨੂੰ ਇੱਕ ਸਿੱਖ ਕੀ ਇਹ ਸਿਰਫ ਸਿੱਖ ਨੇ ਉਹ ਮੋੜ ਦਿੱਤਾ ਜਾ ਰਿਹਾ ਉਸ ਚੀਜ਼ ਨੂੰ। ਇਸ ਕਰਕੇ ਇਹ ਮੈਂ ਤੁਹਾਨੂੰ ਦੱਸਿਆ, ਜਾਂ ਤਾਂ ਅਗਲੇ 2-4 ਦਿਨ 'ਚ, ਹਲੇ ਤਾਂ ਇਹਨਾਂ ਨੂੰ ਸ਼ਾਂਤ ਰਹਿਣ ਦੀ ਲੋੜ ਹੈ, ਇਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਖੁੱਲ ਜਾਂਦਾ ਹੈ। ਉੱਥੇ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਨੂੰ ਜਿਹੜਾ ਉਹਨਾਂ ਦਾ ਰੋਲ ਹੈ ਉਹ ਅਦਾ ਕਰਨ ਦਿਓ, ਉੱਥੇ ਉਹਨਾਂ ਨੂੰ ਕਰਨ ਦਿਓ ਜੋ ਉਹਨਾਂ ਦੇ ਕਰਨ ਦਾ ਬਣਦਾ ਹੈ। ਉਹਨਾਂ ਨੇ ਸਪੋਰਟ ਦੇ ਹੀ ਦਿੱਤੀ। ਅੱਜ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ 17-18 ਆਪੋਜੀਸ਼ਨ ਪਾਰਟੀਆਂ ਨੇ ਲਿਖ ਕੇ ਦਿੱਤਾ ਕਿ ਕਾਨੂੰਨ ਵਾਪਸ ਲਓ। ਹੋਰ ਤੁਹਾਨੂੰ ਕੀ ਚਾਹੀਦਾ? ਜੇ ਸਾਰੀਆਂ ਆਪੋਜੀਸ਼ਨ ਇਕੱਠੀ ਹੋ ਕੇ ਇਹ ਕਹਿ ਦੇ ਔਰ ਜਗ੍ਹਾ ਜਗ੍ਹਾ ਤੋਂ ਰੀਜਨਲ ਪਾਰਟੀਆਂ ਇਹ ਕਹਿ ਰਹੀਆਂ ਹੋਣ, ਤਾਂ ਇੱਕ ਤਰ੍ਹਾਂ ਨਾਲ ਤੁਹਾਡੀ ਫਤਿਹ ਹੈ। ਫਤਿਹ ਇਹ ਤਾਂ ਨਹੀਂ ਹੁੰਦੀ ਕਿ ਕੇਂਦਰ ਸਰਕਾਰ ਅੱਜ ਹੀ ਮੰਨ ਜੂਗੀ, ਕੇਂਦਰ ਸਰਕਾਰ ਬੈਕਫੁੱਟ ਤੇ ਉਸ ਤੇ ਆਏਗੀ। ਜੇ ਇਹ ਮੁੱਦਾ ਜਗ੍ਹਾ ਜਗ੍ਹਾ ਸਟੇਟ ਬਾਏ ਸਟੇਟ ਜਗ੍ਹਾ ਜਗ੍ਹਾ ਜਾਏਗਾ, ਇਹ ਇਸ ਤੇ ਨਹੀਂ ਆਉਂਦੀ ਹੁੰਦੀ ਕਿ ਉੱਥੇ ਆ ਕੇ ਉਹ ਤੁਹਾਡੇ ਅੱਗੇ ਚਿਪ ਕੇ ਤੁਹਾਡੀ ਗੱਲ ਮੰਨ ਕੇ ਉੱਥੇ ਆਪਣੀ ਗੱਲ ਮੰਨ ਜਾਣ। ਇਹ ਤਾਂ ਹੁੰਦਾ ਨਹੀਂ। ਅਸੀਂ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਜਿੱਤ ਹਾਰ ਕਿਵੇਂ ਹੁੰਦੀ ਹੈ? ਜਿੱਤ ਹਾਰ ਤਾਂ ਪਾਰਲੀਮੈਂਟ 'ਚ ਹੁੰਦੀ ਹੈ, ਇਲੈਕਸ਼ਨਾਂ 'ਚ ਹੁੰਦੀ ਹੈ। ਸਰ ਇਹ ਵੀ ਸੰਭਵ ਸੀ ਕਿ ਜੇ ਕਿਸਾਨ ਨੇਤਾ ਹੁਣ ਨੀਤੀ ਬਦਲਣ, ਕੁਝ ਲੋਕ ਬੇਸ਼ੱਕ ਅੰਦੋਲਨ ਦੀ ਅਗਵਾਈ ਕਰਦੇ ਰਹਿਣ, ਲੇਕਿਨ ਕੁਝ ਇੱਕ ਵਫਦ ਬਣਾ ਲਏ ਜਾਣ, ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜੇ ਕਰਤਾ ਧਰਤਾ ਆਗੂ ਨੇ, ਪ੍ਰਧਾਨ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਮਿਲਣ, ਮੈਂਬਰ ਪਾਰਲੀਮੈਂਟਸ ਨੂੰ ਮਿਲਣ, ਆਪਣਾ ਕੇਸ ਮਜ਼ਬੂਤੀ ਨਾਲ ਰੱਖਣ, ਉਹਨਾਂ ਨੂੰ ਇਸ ਗੱਲ ਤੇ ਸਹਿਮਤ ਕਰਨ ਔਰ ਇਹ ਵੀ ਕਹਿਣ ਕਿ ਅਸੀਂ ਇਸ ਜਿਹੜਾ ਲਾਲ ਕਿਲੇ ਤੇ ਹੋਇਆ ਇਹਦੇ 'ਚ ਸ਼ਾਮਲ ਨਹੀਂ ਸੀ, ਤੁਸੀਂ ਸਾਡਾ ਪਾਰਲੀਮੈਂਟ 'ਚ ਸਾਥ ਦਿਓ। ਇਸ ਮੁਹਿੰਮ ਨੂੰ ਕਿਸਾਨ ਨੇਤਾ ਹਰ ਦਿਨ ਕਿਸੇ ਨਾ ਕਿਸੇ ਲੀਡਰ ਨੂੰ, ਦਿਨ 'ਚ 10 ਲੀਡਰਾਂ ਨੂੰ ਮਿਲਦੇ ਨਜ਼ਰ ਆਉਣੇ ਚਾਹੀਦੇ ਆ, ਤਾਂ ਕਿ ਇਹਨਾਂ ਦੀ ਸਰਗਰਮੀ ਬਣੀ ਰਵੇ, ਸਾਰੀਆਂ ਧਿਰਾਂ ਨੂੰ ਇਹ ਨਾਲ ਲੈ ਲੈਣ। ਕਿਸਾਨ ਮੂਵਮੈਂਟ ਨੂੰ ਇਸ ਮੌਕੇ ਤੇ ਇਸ ਦਿਸ਼ਾ 'ਚ ਲਿਜਾਇਆ ਜਾ ਸਕਦਾ? ਤੁਹਾਨੂੰ ਲੱਗਦਾ ਇਹ ਸੰਭਵ ਹੈ? ਦੇਖੋ, ਇਹੀ ਲਿਜਾਣਾ ਚਾਹੀਦਾ। ਮੈਂ ਤੁਹਾਨੂੰ ਦੱਸ ਰਿਹਾ, ਸਾਰਿਆਂ ਤੋਂ ਜ਼ਿਆਦਾ ਤਕਲੀਫ ਕੇਂਦਰ ਸਰਕਾਰ ਨੂੰ ਕੀ ਹੁੰਦੀ ਹੈ? ਚਲੋ ਤੁਸੀਂ ਦਿੱਲੀ ਦੇ ਰਸਤੇ ਰੋਕ ਲਏ, ਉਹਦੇ ਤੁਸੀਂ ਸਾਰਿਆਂ ਤੋਂ ਔਖਾ ਟਾਈਮ ਸਰਦੀਆਂ ਦਾ ਕੱਢ ਲਿਆ, ਇੰਨੇ ਬੰਦਿਆਂ ਨੇ ਜਾਨ ਤਿਆਗਤੀ ਜਿਹੜੇ ਵਿਚਾਰੇ ਇੱਥੇ ਆਏ ਨੇ, ਉਹਦਾ ਅਸਰ ਨਜ਼ਰ ਨਹੀਂ ਆ ਰਿਹਾ, ਲੇਕਿਨ ਸਰਕਾਰ ਤੇ ਅਸਰ ਤਾਂ ਹੈ ਹੀ ਹੈ। ਤਾਂ ਹੀ ਉਹ ਗੱਲਬਾਤ ਕਰ ਰਹੀ ਸੀ, ਕਹਿੰਦੀ ਤਾਂ ਹੀ ਇੰਨੀ ਵਾਰ ਅੱਧ ਚ ਤਾਂ ਆ ਗਏ। ਪਹਿਲਾਂ ਜਿੱਥੇ ਕਹਿੰਦੇ ਸੀ ਅਸੀਂ ਬਿਲਕੁਲ ਨਹੀਂ ਮੰਨਣਾ, ਉਹ ਕਹਿੰਦੇ ਅਸੀਂ 1.5 ਸਾਲ ਲਈ ਇਹਨੂੰ ਅੱਗੇ ਕਰ ਦਿੰਨੇ ਆ, ਤੁਹਾਡੀ ਕਮੇਟੀ ਬਣਾ ਦਿੰਨੇ ਆ। ਤੁਸੀਂ ਕਮੇਟੀ 'ਚ ਬੈਠ ਕੇ ਜੇ ਤੁਹਾਡੇ ਮੈਂਬਰ ਲੈ ਲੈਣ, ਉਨੇ ਹੀ ਉਹਨਾਂ ਦੇ ਮੈਂਬਰ ਹੋਣ, ਰਲ ਕੇ ਤੁਸੀਂ ਇੱਕ ਸਾਂਝਾ ਚੇਅਰਮੈਨ ਬਣਾ ਲਓ। ਸਾਰੀ ਦੁਨੀਆ ਦੇ ਵਿੱਚ ਜਦ ਝਗੜਾ ਹੁੰਦਾ ਇਸੇ ਤਰੀਕੇ ਨਾਲ ਫੈਸਲਾ ਹੁੰਦਾ ਹੈ। ਸਾਰਾ ਧੱਕੇ ਨਾਲ ਤਾਂ ਫੈਸਲਾ ਹੋ ਨਹੀਂ ਸਕਦਾ ਕਿ ਜਾਂ ਮੇਰੀ ਪੂਰੀ ਗੱਲ ਮੰਨੋ ਜਾਂ ਤੁਸੀਂ ਆਪਣੀ ਪੂਰੀ ਗੱਲ ਬਣਾਓ, ਫਿਰ ਤਾਂ ਉਹ ਝਗੜੇਗਾ। ਇੱਕ ਵਾਰ ਬਰਟਰੈਂਡ ਰਸਲ ਨੇ ਕਿਹਾ ਕਿ ਜੇ ਕੋਈ ਬੰਦਾ ਕਹੇ 2 + 2 5 ਹੈ, ਅਸੀਂ ਉਹਦੇ ਨਾਲ ਲੜਦੇ ਹਾਂ, ਤੁਸੀਂ ਕਹਿੰਦੇ ਕਮਲਾ ਹੈ, ਇਹਨੂੰ ਹਿਸਾਬ ਨਹੀਂ ਆਉਂਦਾ। ਲੜਾਈ ਉੱਥੇ ਹੁੰਦੀ ਹੈ ਜਦ ਦੋਨੋਂ ਧੜੇ ਅੱਧੇ ਠੀਕ ਹੁੰਦੇ ਆ। ਉਹ ਆਪਣਾ ਅੱਧ ਠੀਕ ਲੈ ਕੇ ਲੜੀ ਜਾਂਦਾ ਹੈ, ਉਹ ਆਪਣਾ ਅੱਧ। ਦੁਨੀਆ ਦੀਆਂ ਲੜਾਈਆਂ, ਵਰਲਡ ਵਾਰਸ ਇਸ ਚੀਜ਼ ਤੇ ਹੋਈਆਂ ਕਿਉਂਕਿ ਦੋਨੋਂ ਧੜੇ ਅੱਧੇ ਠੀਕ ਸੀ। ਉਹ ਆਪਣਾ ਅੱਧ ਲੈ ਕੇ ਲੜੀ ਜਾਂਦੇ, ਉਹ ਆਪਣਾ ਅੱਧ ਲੈ ਕੇ। ਫੈਸਲਾ ਤਾਂ ਕਿਤੇ ਅੱਧ ਵਿਚਾਲੇ ਆ ਕੇ ਹੋਏਗਾ ਨਾ।
ਤੋ ਇਸ ਕਰਕੇ ਉਹ ਮੌਕਾ ਨਿਕਲ ਗਿਆ, ਜਿੱਥੇ ਹੋ ਸਕਦਾ ਹੈ ਜਦ ਮੈਂ ਪਿਛਲੀ ਵਾਰ ਕਿਹਾ ਸੀਗਾ ਕਿ ਇਹਨਾਂ ਨੂੰ ਇਹ ਰਸਤੇ ਜਾ ਲੈਣਾ ਚਾਹੀਦਾ ਹੈ ਕਿ ਅੱਛਾ ਚਲੋ ਗੱਲ ਕਰਦੇ ਹਾਂ, ਤੁਸੀਂ 1.5 ਸਾਲ ਅੱਗੇ ਕਰੋ। 1.5 ਸਾਲ ਦੇ ਬਾਅਦ ਬਚਦਾ ਕੀ ਹੈ? 2 ਸਾਲ ਇਸ ਸਰਕਾਰ ਦੇ ਹੋ ਗਏ, 3.5 ਸਾਲ ਹੋ ਜਾਣੇ ਹੈ। 1.5 ਸਾਲ ਬਾਅਦ ਪਤਾ ਨਹੀਂ ਇਹ ਸਰਕਾਰ ਦੀ ਕੀ ਪੋਜੀਸ਼ਨ ਹੋਣੀ ਹੈ, ਕੀ ਇਕਨੋਮੀ ਹੋਣੀ ਹੈ, ਆਪੋਜੀਸ਼ਨ ਦੀ ਕੀ ਪੋਜੀਸ਼ਨ ਹੋਣੀ ਹੈ, ਸਾਨੂੰ ਨਹੀਂ ਪਤਾ। ਚੰਗੀ ਵੀ ਹੋ ਸਕਦੀ ਹੈ, ਮੰਦੀ ਵੀ ਹੋ ਸਕਦੀ ਹੈ। ਹੁਣ ਇਸ ਕਰਕੇ ਇਹਨਾਂ ਨੂੰ ਰਸਤਾ ਦੂਜਾ ਲੱਭਣਾ ਪਏਗਾ। ਹੋਰ ਜਿੱਥੇ ਲੜਾਈ ਹੈ, ਸਿਆਸੀ ਲੜਾਈ 'ਚ ਇਹਨੂੰ ਬਦਲਣਾ ਪਏਗਾ। ਇਹ ਸਿਆਸੀ ਲੜਾਈ 'ਚ ਇਸ ਤਰ੍ਹਾਂ ਹੁਣੇ ਕਹਿਣ ਅਸੀਂ ਪਹਿਲਾਂ ਵੈਸਟ ਬੰਗਾਲ ਜਿੱਥੇ ਇਲੈਕਸ਼ਨ ਹੋਣੀ ਹੈ, ਜਿੱਥੇ ਕੇਂਦਰ ਦਾ ਬੀਜੇਪੀ ਦਾ ਪੂਰਾ ਜ਼ੋਰ ਲੱਗਿਆ, ਇਹ ਕਹਿਣ ਅਸੀਂ TMC ਦੀ ਮਦਦ ਕਰਨ ਆ ਰਹੇ ਹਾਂ। ਅਸੀਂ ਇੱਥੋਂ ਜਿੰਨਾ ਅਸੀਂ ਇੱਥੇ ਜ਼ੋਰ ਲਾਇਆ ਹੈ, ਅਸੀਂ ਇੰਨੇ ਉੱਥੇ ਜਗ੍ਹਾ ਜਗ੍ਹਾ ਅਸੀਂ ਪ੍ਰਚਾਰ ਕਰਾਂਗੇ, ਜਗ੍ਹਾ ਜਗ੍ਹਾ ਅਸੀਂ ਉੱਥੇ ਆਪਣੇ ਰੋਟੀ ਖਵਾਵਾਂਗੇ ਲੋਕਾਂ ਨੂੰ, ਔਰ ਜਗ੍ਹਾ ਜਗ੍ਹਾ ਪਿੰਡਾਂ 'ਚ ਜਾ ਕੇ ਦੱਸਾਂਗੇ ਸਾਡੇ ਨਾਲ ਧੱਕਾ ਕਰ ਰਹੇ ਆ, ਉਹਦਾ ਅਸਰ ਹੋਏਗਾ। ਪਰ ਇਹ ਕਿਉਂਕਿ ਇਹ ਜਿਹੜੇ ਛਿੱਟੇ ਪੈ ਗਏ ਨੇ ਇਹਨਾਂ ਤੇ, ਇਹਨੂੰ ਹੁਣ ਇਸ ਤਰੀਕੇ ਨਾਲ ਰਿਵਾਈਵ ਕਰਨਾ ਬੜਾ ਮੈਨੂੰ ਮੁਸ਼ਕਿਲ ਲੱਗ ਰਿਹਾ ਹੈ। ਜਦ ਤੱਕ ਕਿ ਹਰਿਆਣੇ ਦਾ ਫਾਰਮਰ ਜੇ ਉੱਠ ਕੇ ਆ ਜਾਂਦਾ ਹੈ, ਹਰਿਆਣਾ ਦਾ ਕਿਸਾਨ ਕਹਿੰਦਾ ਹੈ ਕਿ ਨਹੀਂ ਇਹਨਾਂ ਦੀ ਕੋਈ ਗਲਤੀ ਨਹੀਂ, ਜਿਹਦੀ ਗਲਤੀ ਹੈ ਤੁਸੀਂ ਉਹਨੂੰ ਫੜੋ, ਇਹ ਜਿਹੜੀ ਸਾਡੇ ਅੰਦੋਲਨ ਹੈ ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ। ਹਲੇ ਤਾਈਂ ਕੋਈ ਆਵਾਜ਼ ਨਹੀਂ ਉੱਠੀ ਹਰਿਆਣੇ ਚੋਂ, ਹਲੇ ਹਰਿਆਣੇ ਦਾ ਕੋਈ ਵੱਡੇ ਲੀਡਰ ਤੋਂ ਆਵਾਜ਼ ਨਹੀਂ ਉੱਠੀ ਜਿਹੜਾ ਕਿਸਾਨਾਂ ਦਾ ਲੀਡਰ ਹੋਵੇ। ਸੋ ਜਦ ਤਾਈਂ ਕੋਈ ਐਸੀ ਆਵਾਜ਼ ਨਹੀਂ ਆਉਂਦੀ ਤਦ ਤਾਈਂ ਤੁਹਾਨੂੰ ਹਰਿਆਣੇ 'ਚ ਬੈਠੇ ਰਹਿਣਾ ਇਹ ਬੜਾ ਮੁਸ਼ਕਿਲ ਕਰ ਦੇਣਗੇ। ਇਹ ਜਗ੍ਹਾ ਜਗ੍ਹਾ ਉੱਥੇ ਬੰਦਿਆਂ ਨੂੰ ਬੁਲਾ ਕੇ ਝੰਡੀਆਂ ਦਿਖਾ ਕੇ ਕਹਿਣਗੇ ਤੁਸੀਂ ਜਾਓ, ਤੁਸੀਂ ਆਪਣੀ ਸਟੇਟ 'ਚ ਵਾਪਸ ਜਾਓ। ਇਹ ਮੈਨੂੰ ਲੱਗ ਰਿਹਾ ਕਿ ਉਹ ਬੜਾ ਗਲਤ ਹੋਏਗਾ, ਕਿਉਂਕਿ ਉਹਦੇ ਨਾਲ ਫਿਰ ਇਹਨੂੰ ਇਹ ਦਿਖਾਇਆ ਜਾ ਰਿਹਾ ਇਹ ਲੜਾਈ ਸਿੱਖਾਂ ਨਾਲ ਹੈ, ਇਹ ਲੜਾਈ ਪੰਜਾਬੀਆਂ ਨਾਲ ਨਹੀਂ ਹੈ, ਕਿਸਾਨਾਂ ਨਾਲ ਨਹੀਂ ਹੈ। ਇਹ ਬਣਾ ਦੇਣਾ ਸਿੱਖਾਂ ਦੀ ਜਿਹੜੀ ਜਿੱਦ ਦਾ ਅਸੀਂ ਜ਼ਿਕਰ ਕਰਦੇ ਰਹੇ ਹਾਂ ਕਿ ਨੈਗੋਸੀਏਸ਼ਨਸ ਜਿਹੜੀਆਂ ਚੱਲਦੀਆਂ ਰਹਿਣੀਆਂ ਚਾਹੀਦੀਆਂ, ਔਰ ਕਿਸੇ ਵੀ ਮਾਮਲੇ 'ਚ ਇੱਕ ਅੱਖਰ ਤੇ ਯੈਸ ਔਰ ਨੋ ਦੇ ਖਿਲਾਫ ਅਸੀਂ ਗੱਲ ਕਰਦੇ ਰਹੇ ਹਾਂ ਕਿ ਜਿੱਦ ਕਰਨ ਨਾਲੋਂ ਤੁਸੀਂ ਨੈਗੋਸੀਏਸ਼ਨ 'ਚ ਅੱਗੇ ਥੋੜੇ ਵੱਧਦੇ ਰਹੋ। ਤੇ ਇਹ ਜਿਹੜਾ ਡੈਡਲੌਕ ਹੈ ਉਸ ਜਿੱਦ 'ਚੋਂ ਨਿਕਲ ਰਿਹਾ। ਮੈਨੂੰ ਲੱਗਦਾ ਹੈ ਕਿ ਹੁਣ ਗਵਰਨਮੈਂਟ ਸ਼ਾਇਦ ਉਨੀ ਆਸਾਨੀ ਨਾਲ ਗੱਲ ਕਰਨ ਵੱਲ ਅੱਗੇ ਨਾ ਵਧੇ। ਜੇ ਗੱਲ ਵੀ ਕਰੇ ਤੇ ਸ਼ਾਇਦ ਉਹਦਾ ਐਟੀਟਿਊਡ ਅੱਗੇ ਨਾਲੋਂ ਜ਼ਿਆਦਾ ਹੈਂਕੜਬਾਜ਼ ਵਾਲਾ ਹੋਵੇ। ਲੇਕਿਨ ਫਿਰ ਵੀ ਐਂਡ ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਇਸੇ ਹੀ ਸਥਿਤੀ ਦੇ ਵਿੱਚ ਹੁਣ ਆਖਰੀ ਲਫ਼ਜ਼ ਤੁਹਾਡੇ ਲੈਣੇ ਆ ਕਿ ਹੁਣ ਅੱਗੇ ਕੀ ਹੋਣ ਦੀ ਸੰਭਾਵਨਾ ਦੇਖਦੇ ਹੋ? ਗਵਰਨਮੈਂਟ ਸਖਤੀ ਕਰ ਸਕਦੀ ਹੈ? ਜਿਹੜਾ ਸਾਰਿਆਂ ਦੇ ਮਨ 'ਚ ਇੱਕ ਸ਼ੰਕਾ ਹੈ ਕਿ ਕੀ ਸਰਕਾਰ ਰਾਤ ਬਰਾਤੇ ਵੱਖ-ਵੱਖ ਬਾਰਡਰਸ ਤੇ ਲੋਕਾਂ ਨੂੰ ਖਦੇੜਨ ਦਾ ਮਨ ਬਣਾ ਸਕਦੀ ਹੈ? ਕੀ ਹਰਿਆਣੇ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਸਿਆਸਤ ਕਰਕੇ ਲੋਕਾਂ ਨੂੰ ਵੰਡ ਕੇ ਜਾਂ ਹਰਿਆਣੇ ਔਰ ਯੂਪੀ ਦੀ ਪੁਲਿਸ ਨੂੰ ਵੀ ਨਾਲ ਸ਼ਾਮਲ ਕਰਕੇ ਕੋਈ ਸਖਤੀ ਕਰਨ ਦੀ ਸਥਿਤੀ 'ਚ ਹੈ? ਕਿ ਮੋਦੀ ਗਵਰਨਮੈਂਟ ਦੇ ਹੁਣ ਤੱਕ ਦੇ ਰਿਕਾਰਡ ਨੂੰ ਧਿਆਨ 'ਚ ਰੱਖਦਿਆਂ ਤੁਸੀਂ ਕਿਸ ਤਰ੍ਹਾਂ ਦੀ ਉਮੀਦ ਕਰ ਸਕਦੇ ਹੋ ਕਿ ਲੋਕਾਂ ਨੂੰ ਮਾੜੇ ਦਿਨ ਦੇਖਣੇ ਪੈ ਸਕਦੇ ਆ? ਇਹ ਇੱਕ ਸਵਾਲ ਉਸ ਇਨਸਾਨ ਤੋਂ ਹੈ ਜਿਹਨੇ ਬੜੀ ਬਰੀਕੀ ਨਾਲ ਹਰ ਮੂਵਮੈਂਟ ਨੂੰ ਪਿਛਲੇ ਦਹਾਕਿਆਂ 'ਚ ਦੇਖਿਆ। ਦੇਖੋ, ਯੂਪੀ 'ਚ ਤਾਂ ਸਰਕਾਰ ਸਖਤੀ ਕਰ ਰਹੀ ਹੈ ਕਿਉਂਕਿ ਉੱਥੇ ਸਿਰਫ ਬੀਜੇਪੀ ਦੀ ਸਰਕਾਰ ਹੈ। ਚੀਫ ਮਿਨਿਸਟਰ ਸਾਹਿਬ ਦਾ ਵੀ ਅੰਦਾਜ਼ ਮਾਲੂਮ ਹੈ। ਹੁਣੇ ਟਵੀਟ ਕੀਤੀ ਹੈ, ਮੈਂ ਵੀ ਇੱਕ ਪਿਕਚਰ ਟਵੀਟ ਕੀਤੀ ਹੈ, ਜਿਹੜੇ ਆਪਣੇ ਜਯੰਤ ਚੌਧਰੀ ਨੇ, ਮੈਂਬਰ ਆਫ ਪਾਰਲੀਮੈਂਟ ਵੀ ਰਿਹਾ, ਅਜੀਤ ਸਿੰਘ ਦੇ ਸੁਪੁੱਤਰ, ਉਹਨਾਂ ਨੇ ਫੋਟੋ ਟਵੀਟ ਕੀਤੀ ਹੈ ਇੱਕ ਬੁੱਢੇ ਦੀ ਜਿਹਨੂੰ ਲਾਠੀਆਂ ਮਾਰੀਆਂ ਗਈਆਂ ਰਾਤ ਨੂੰ ਪੁਲਿਸ ਦੀਆਂ। ਸੋ ਉੱਥੇ ਸਖਤੀ ਆਲਰੇਡੀ ਹੋ ਰਹੀ ਹੈ ਯੂਪੀ 'ਚ। ਹਰਿਆਣੇ 'ਚ ਸਖਤੀ ਇਸ ਲਈ ਨਹੀਂ ਪੂਰੀ ਹੋ ਸਕਦੀ ਕਿਉਂਕਿ ਉਹ ਚੌਤਾਲਾ ਫੈਕਸ਼ਨ ਦਾ ਪ੍ਰੈਸ਼ਰ ਹੈ। ਉਹ ਕਹਿੰਦੇ ਆ ਜੇ ਤੁਸੀਂ ਧੱਕਾ ਕਰੋਗੇ ਸਾਨੂੰ ਸਰਕਾਰ 'ਚ ਰਹਿਣਾ ਬੜਾ ਮੁਸ਼ਕਿਲ ਹੋਏਗਾ, ਕਿਉਂਕਿ ਉੱਥੇ ਇਹਨਾਂ ਦੀ ਕੋਲੀਸ਼ਨ ਗਵਰਨਮੈਂਟ ਹੈ। ਇਸ ਕਰਕੇ ਇਹ ਮੁਸ਼ਕਿਲ ਹੋਏਗਾ ਇਹੋ ਜਿਹਾ ਅਤਿਆਚਾਰ ਕਰਨਾ। ਇਹ ਕੋਸ਼ਿਸ਼ ਕਰਨਗੇ ਸਰਕਾਰੀ ਕਾਰਵਾਈ, ਪੁਲਿਸ ਵਾਲੇ ਇਹਨਾਂ ਨੂੰ ਬੁਲਾ ਕੇ ਅਰੈਸਟ ਕਰ ਲੈਣ। ਇਹਨਾਂ ਨੂੰ ਹੋਏਗਾ ਇਹਨਾਂ ਦੇ ਲੀਡਰ ਜੇ ਅਸੀਂ ਅਰੈਸਟ ਕਰ ਲੈਂਦੇ ਹਾਂ ਫਿਰ ਇਹਨਾਂ ਨੂੰ ਅੰਦੋਲਨ ਚਲਾਉਣਾ ਮੁਸ਼ਕਿਲ ਹੋਏਗਾ। ਸੋ ਉਸ ਤਰੀਕੇ ਵੱਲ ਕਾਨੂੰਨੀ ਕਾਰਵਾਈ ਵੱਲ ਜਾ ਸਕਦੇ ਆ ਇਹ, ਕਿਉਂਕਿ ਇਹਨਾਂ ਨੇ ਨੋਟਿਸ ਤਾਂ ਇਹਨਾਂ ਨੂੰ ਦੇ ਹੀ ਦਿੱਤੇ ਨੇ, ਤਾਂ ਕਿ ਇਹ ਕੋਸ਼ਿਸ਼ ਕਰਨਗੇ ਕਿ ਹੌਲੀ ਹੌਲੀ ਬੰਦੇ ਇਹਨਾਂ ਦੇ ਨਾਲੋਂ ਟੁੱਟ ਜਾਣ, ਹਰਿਆਣੇ ਦੀ ਸਪੋਰਟ ਹਟ ਜੇ। ਇਸ ਕਰਕੇ ਮੈਂ ਕਹਿ ਰਿਹਾ ਅਗਲੇ ਕੁਝ ਦਿਨਾਂ 'ਚ ਇਹ ਮਾਲੂਮ ਹੋਏਗਾ ਜੇ ਹਰਿਆਣੇ ਦਾ ਕਿਸਾਨ, ਹਰਿਆਣੇ ਦੀਆਂ ਪੰਚਾਇਤਾਂ ਹਲੇ ਵੀ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਨੇ, ਹਲੇ ਵੀ ਇਹਨਾਂ ਦੇ ਨਾਲ ਨੇ, ਫਿਰ ਤੁਸੀਂ ਇਹਨੂੰ ਦੁਬਾਰਾ ਕਿਸਾਨੀ ਦਾ ਇੱਕ ਰੰਗ ਦੇ ਸਕਦੇ ਹੋ। ਲੇਕਿਨ ਜੇ ਕਿਸਾਨੀ ਦਾ ਰੰਗ ਧੁੱਲ ਗਿਆ ਔਰ ਇਹ ਰਹਿ ਗਿਆ ਇਹ ਸਿੱਖ ਹੀ ਨੇ ਜਿਹੜੇ ਇਹ ਕਰ ਰਹੇ ਨੇ, ਉਹਦੇ 'ਚ ਖਤਰਾ ਹੈ। ਉਹ ਨਾ ਦੇਸ਼ ਲਈ ਨਾ ਪੰਜਾਬ ਲਈ ਕਿਸੇ ਲਈ ਉਹ ਠੀਕ ਨਹੀਂ ਹੈ। ਲੇਕਿਨ ਹੁਣ ਤਾਈਂ ਜੋ ਮੈਨੂੰ ਲੱਗਿਆ ਜਿਸ ਤਰੀਕੇ ਨਾਲ ਪੁਲਿਸ ਨੇ ਦਿੱਲੀ 'ਚ ਵਰਤਾਓ ਕੀਤਾ ਕਿ ਇੱਕਦਮ ਧੱਕਾ ਨਹੀਂ ਕਰਨਗੇ,
ਇਹ ਕੋਸ਼ਿਸ਼ ਕਰਨਗੇ ਹੌਲੀ ਹੌਲੀ ਬੰਦੇ ਤੋੜ ਕੇ ਕਰਨ ਦੀ, ਜਿਹੜਾ ਉਹਨਾਂ ਦਾ ਹੱਕ ਹੈ, ਜਿਹੜਾ ਕਿਸੇ ਵੀ ਸਰਕਾਰ ਦਾ ਹੱਕ ਹੈ, ਉਹ ਵਿਨ ਓਵਰ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਬੰਦੇ ਤੁਹਾਡੇ ਨਾਲ ਹੈ। ਕੁਝ ਬੰਦਿਆਂ ਨੂੰ ਤੋੜ ਕੇ ਲਿਜਾਣ ਦੀ ਕੋਸ਼ਿਸ਼ ਕਰਨਗੇ, ਜਿਹੜਾ ਕਿਸੇ ਵੀ ਸਰਕਾਰ ਦਾ ਹੱਕ ਬਣਦਾ ਹੈ, ਜੋ ਕੇਂਦਰੀ ਸਰਕਾਰ ਦਾ ਹੱਕ ਹੈ। ਆਖਰੀ ਸਵਾਲ ਹੈ ਕਿ ਕੀ ਇਸ ਮੌਕੇ ਤੇ ਕੋਈ ਵਿਚੋਲਗੀ ਵਾਲੀ ਧਿਰ, ਕੋਈ ਮਿਡਲਮੈਨ ਹੋ ਸਕਦੇ ਜਿਹੜੇ ਵਿੱਚ ਪੈਣ ਔਰ ਟੁੱਟੀ ਹੋਈ ਗੱਲ ਨੂੰ ਅੱਗੇ ਤੋਰਿਆ ਜਾ ਸਕੇ? ਦੋਵਾਂ ਧਿਰਾਂ ਦੀ ਇੱਜ਼ਤ ਬਰਕਰਾਰ ਰੱਖਦਿਆਂ ਵਿਚਲਾ ਰਸਤਾ ਕੱਢਣ ਲਈ ਕੋਈ ਧਿਰਾਂ ਤੁਹਾਨੂੰ ਲੱਗਦਾ ਆਪਣੇ ਦੇਸ਼ ਵਿੱਚ ਜਿਹੜੀਆਂ ਅੱਗੇ ਆ ਸਕਣ ਤਾਂ ਕਿ ਹੋਰ ਨੁਕਸਾਨ ਨਾ ਹੋਣ? ਦੇਖੋ, ਇਹ ਮੈਨੂੰ ਤਾਂ ਨਹੀਂ ਲੱਗਦਾ ਇਸ ਮੌਕੇ ਨਹੀਂ ਹੋਏਗਾ। ਇਹ ਮੌਕਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਫਲੂਇਡ ਹੈ, ਪਾਣੀ ਦੀ ਤਰ੍ਹਾਂ ਹੈ। ਇਸ ਵੇਲੇ ਉਹ ਕ੍ਰਿਸਟਲਾਈਜ਼ ਹਲੇ ਉਹਦੀ ਆਈਸ ਕਿਊਬ ਨਹੀਂ ਬਣੀ, ਇਹ ਪਾਣੀ ਹੈ ਹਲੇ। ਸੋ ਇਸ ਕਰਕੇ ਫੈਸਲਾ ਤਦ ਹੁੰਦਾ ਹੈ ਜਦ ਦੋਨੋਂ ਧੜੇ ਥੱਕ ਜਾਣ। ਜੇ ਇੱਕ ਧੜੇ ਦੀ ਲੱਤ ਉੱਪਰ ਹੋਵੇ, ਫੈਸਲਾ ਹੋ ਸਕਦਾ ਹੈ ਜੇ ਉਹ ਬਹੁਤ ਦੂਰ ਅੰਦੇਸ਼ੀ ਤੇ ਗਿਆਨੀ ਲੀਡਰਸ਼ਿਪ ਹੋਵੇ, ਉਹ ਕਹੇ ਮੇਰੀ ਲੱਤ ਇਸ ਵੇਲੇ ਉੱਪਰ ਆ ਗਈ ਹੈ, ਮੈਂ ਗੱਲ ਕਰਦਾ। ਹੁਣ ਤਾਂ ਹੀ ਮੋਦੀ ਸਰਕਾਰ ਨੇ ਕੋਈ ਐਸਾ ਸਾਨੂੰ ਇਹੋ ਜਿਹਾ ਸਿਗਨਲ ਨਹੀਂ ਦਿੱਤਾ ਕਿ ਉਹ ਇਸ ਤਰੀਕੇ ਤੇ ਚੱਲਦੇ ਨੇ। ਉਹ ਜਿੱਧਰ ਜਾਣ ਫਿਰ ਰੋਡ ਰੋਲਰ ਫੇਰਨ ਦੀ ਕਮਜ਼ੋਰ ਦੇ ਉੱਤੇ ਰੋਡ ਰੋਲਰ ਜ਼ਿਆਦਾ ਫੇਰਦੇ ਆ। ਅੱਛਾ, ਦੂਸਰਾ ਧੜਾ ਕਿਉਂਕਿ ਉਹ ਪਿੱਛੇ ਹਟਿਆ ਹੋਇਆ, ਉਹ ਇਸ ਵੇਲੇ ਕੰਪਰੋਮਾਈਜ਼ ਨਹੀਂ ਕਰ ਸਕਦਾ। ਤੋ ਇਸ ਵੇਲੇ ਤੀਸਰਾ ਬੰਦਾ ਵਿੱਚ ਆਏਗਾ, ਐਵੇਂ ਕੁੱਟ ਖਾਏਗਾ, ਉਹਨੂੰ ਕਹਿਣਗੇ ਤੂੰ ਕੌਣ ਹੈ ਬਈ, ਤੈਨੂੰ ਕਿਹਨੇ ਬੁਲਾਇਆ? ਅੰਦੋਲਨ ਵਾਲੇ ਕਹਿਣਗੇ ਜਦ ਸਾਡੇ ਕੁੱਟ ਪੈ ਰਹੀ ਸੀ ਤੂੰ ਉਦੋਂ ਇੱਥੇ ਸੀ ਨਹੀਂ। ਗਵਰਨਮੈਂਟ ਕਹੇਗੀ ਜਦ ਇਹ ਤੰਗ ਕਰ ਰਹੇ ਸੀਗੇ ਉਦੋਂ ਤੁਸੀਂ ਆਪਣੇ ਘਰ ਬੈਠੇ ਸੀ, ਹੁਣ ਸਾਨੂੰ ਆ ਕੇ ਦੱਸ ਰਹੇ ਹੋ ਸਾਡੀ ਲੱਤ ਉੱਤੇ ਹੈ। ਇਹ ਤਾਂ ਹੁਣ ਇੰਤਜ਼ਾਰ ਕਰਨਾ ਪਏਗਾ। ਸਰਕਾਰ ਇੰਤਜ਼ਾਰ ਕਰੇਗੀ ਕਿ ਇਹਨਾਂ ਦੇ ਕੇਸਾਂ ਦੇ ਨਾਲ ਕੁਝ ਬੰਦਿਆਂ ਨਾਲ ਗੱਲਬਾਤ ਕਰਕੇ ਇਹ ਅੰਦੋਲਨ ਨੂੰ ਅਸੀਂ ਹੌਲੀ ਹੌਲੀ ਉਧੇੜ ਕੇ ਘੱਟ ਕਰ ਸਕਦੇ ਹਾਂ, ਇਹਨਾਂ ਦੇ ਲੀਡਰਾਂ ਨੂੰ ਪਿਕਅਪ ਕਰ ਸਕਦੇ ਹਾਂ ਤਾਂ ਕਿ ਅੰਦੋਲਨ ਖਤਮ ਹੋ ਜਾਏ। ਹਰਿਆਣੇ ਦੀ ਸਰਕਾਰ ਕੋਸ਼ਿਸ਼ ਕਰੇਗੀ ਹਰਿਆਣੇ ਦੇ ਪਿੰਡ ਇਹਨਾਂ ਤੋਂ ਪੰਚਾਇਤਾਂ ਟੁੱਟ ਜਾਣ, ਹੋਰ ਇਹਨਾਂ ਦੇ ਵਿੱਚ ਨਾ ਮਿਲਣ। ਚੌਥਾਲੇ ਵੀ ਇਹੀ ਕੋਸ਼ਿਸ਼ ਕਰਨਗੇ ਜਿਹੜੇ ਸਰਕਾਰ 'ਚ ਬੈਠੇ ਹੈ। ਪੰਜਾਬ 'ਚ ਜਿਹੜੇ ਹੈ, ਪੰਜਾਬ ਦੀ ਸਰਕਾਰ ਦਾ ਹੁਣ ਤਾਈਂ ਕੋਈ, ਕੱਲ ਜਾਵੜੇਕਰ ਸਾਹਿਬ ਇਹਨਾਂ ਦੇ ਮਿਨਿਸਟਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਟਰੈਕਟਰ ਕਿਉਂ ਨਹੀਂ ਰੋਕੇ, ਤੇ ਮੈਂ ਕਿਹਾ ਜਨਾਬ 200 ਕਿਲੋਮੀਟਰ ਤਾਂ ਹਰਿਆਣੇ ਵਿੱਚੋਂ ਨਿਕਲੇ ਆਉ ਟਰੈਕਟਰ, ਤੁਸੀਂ ਰੋਕ ਲੈਂਦੇ। ਟਰੈਕਟਰ ਰੋਕਣੇ ਸੀ, ਤੁਸੀਂ ਰੋਕ ਲੈਂਦੇ ਹਰਿਆਣੇ 'ਚ। ਸੋ ਇਸ ਕਰਕੇ ਹਰਿਆਣੇ 'ਚ ਮੈਨੂੰ ਨਹੀਂ ਲੱਗਦਾ ਕਿ ਉਹ ਜ਼ਿਆਦਾ ਧੱਕੇਸ਼ਾਹੀ ਕਰਨਗੇ। ਗੱਲਬਾਤ ਉਦੋਂ ਤਾਂ ਹੀ ਨਹੀਂ ਦੁਬਾਰਾ ਹੁੰਦੀ ਜਦ ਤਾਈਂ ਇਹ ਦੋਨੋਂ ਧੜਾ ਹੁਣ ਆਪਣੀ ਸਤਰ ਨਹੀਂ ਲੱਭ ਲੈਂਦੀਆਂ ਕਿ ਕਿੱਥੇ ਹੈ। ਬਿਲਕੁਲ, ਹੁਣ ਇਹ ਦੇਖਣਾ ਹੋਊਗਾ ਕਿ ਜੇ ਦੋਨੇ ਇੰਡੀਵਿਜੂਅਲ ਤੌਰ ਤੇ ਇਹ ਦੇਖਣ ਕਿ ਉਹਨਾਂ ਦੀ ਤਾਕਤ ਕਿੰਨੀ ਹੈ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਕਿੱਥੇ ਕੁ ਪਈਆਂ ਨੇ। ਤੁਸੀਂ ਠੀਕ ਕਹਿ ਰਹੇ ਹੋ, ਇਹਨਾਂ ਨੂੰ ਆਪਣਾ ਪੱਧਰ ਡਿਸਾਈਡ ਕਰਨਾ ਪਊਗਾ ਕਿ ਕਿਸਾਨੀ ਆਪਣੇ ਆਪ ਨੂੰ ਇਸ ਅੰਦੋਲਨ ਦੇ ਵਿੱਚ, ਕਿਸਾਨ ਲੀਡਰਸ਼ਿਪ ਆਪਣੇ ਆਪ ਦੀ ਵਿਸ਼ਵਾਸਯੋਗਤਾ ਬਣਾ ਕੇ ਰੱਖਦੀ ਹੈ। ਲੋਕਾਂ ਦਾ ਵਿਸ਼ਵਾਸ ਕਿਸਾਨ ਲੀਡਰਸ਼ਿਪ ਤੇ ਬਣਿਆ, ਅਜੇ ਤੱਕ ਬਣਿਆ ਹੈ, ਅਜੇ ਤੱਕ ਲੋਕ ਉੱਥੇ ਬੈਠੇ ਨੇ। ਲੇਕਿਨ ਦੇਖਣਾ ਹੋਊਗਾ ਕਿ ਗਵਰਨਮੈਂਟ ਦੀਆਂ ਪਾਲਿਸੀਜ਼, ਗਵਰਨਮੈਂਟ ਦੇ ਜਿਹੜੇ ਆਪਣੇ ਤੌਰ ਤਰੀਕੇ ਆ, ਉਹਦੇ ਅੱਗੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੈਸੇਜ ਜਾਂਦਾ ਹੈ। ਸਰਦਾਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਮੌਕਾ ਦਿੱਤਾ। ਥੈਂਕ ਯੂ ਜੀ।